ਅੰਮ੍ਰਿਤ ਬਾਣੀ ਤਤ ਵਖਾਣੀ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗਿਆਨ ਧਿਆਨ ਵਿੱਚ ਆਈ, ਅੰਮ੍ਰਿਤ ਬਾਣੀ ਤਤ ਵਖਾਣੀ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗਿਆਨ ਧਿਆਨ ਵਿੱਚ ਆਈ, ਅੰਮ੍ਰਿਤ ਬਾਣੀ ਤਤ ਵਖਾਣੀ। कथा कहानी बेदियानी, पाप पुण्य विचार, दे दे लेना ले ले देना, नरक सुर्ग अवतार, उत्तम मध्यम जाति जिनसी, हरन पवै संसार, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮੈ ਵਿੱਚ ਰਖੈ, ਹੁਕਮੈ ਅੰਦਰ ਵੇਖੈ, ਨਾਨਕ ਆਗਹੁ ਹਉ ਮੈਂ ਟੁੱਟੈ, ਤਾਂ ਕੋ ਲਿਖੀਐ ਲੇਖੈ, ਨਾਨਕ ਆਗਹੁ ਹਉ ਮੈਂ ਟੁੱਟੈ, ਤਾਂ ਕੋ ਲਿਖੀਐ ਲੇਖੈ, ਤਾਂ ਕੋ ਲਿਖੀਐ ਲੇਖੈ, ਗਿਆਨ ਧਿਆਨ ਵਿੱਚ ਆਈ, ਗਿਆਨ ਧਿਆਨ ਵਿੱਚ ਆਈ, ਅੰਮ੍ਰਿਤ ਬਾਣੀ ਤਤ ਵਖਾਣੀ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗਿਆਨ ਧਿਆਨ ਵਿੱਚ ਆਈ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਦੂਜਾ। ਕਥਾ ਕਹਾਣੀ ਬੇਦੀਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੇ, ਭਰਮ ਭਵੈ ਸੰਸਾਰ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮੈ ਵਿੱਚ ਰਖੈ, ਹੁਕਮੈ ਅੰਦਰ ਵੇਖੈ, ਨਾਨਕ
ਅਗੋਂ ਹਉਮੈ ਟੁਟੈ, ਤਾਂ ਕੋ ਲਿਖਿਆ ਲਿਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਹਰ ਰੋਜ਼ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਪਵਿੱਤਰ ਬਾਣੀ, ਜੋ ਕਿ 63 ਦੇ ਕਰੀਬ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੇ ਨਾਲ ਅੰਕਿਤ ਹਨ, ਤਿਨਾਂ ਦੀ ਵਿਚਾਰ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੁਆਰਾ ਸਰਵਣ ਕਰ ਰਹੇ ਹੋ। ਇਹ ਜੋ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ, ਪਿਛਲੇ 2 ਦਿਨ ਵੀ ਇਹਨਾਂ ਵਿਸ਼ਿਆਂ ਤੇ ਵਿਚਾਰ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਦਾ ਜੋ ਗਿਆਨ ਹੈ, ਜਿਨ੍ਹਾਂ ਦੀ ਸੁਰਤ ਉਹਦੇ ਚਰਨਾਂ ਨਾਲ ਜੁੜੀ, ਉਹਨਾਂ ਵਿੱਚੋਂ ਬਹੁਤੇ ਤਾਂ ਚੁੱਪ ਕਰ ਗਏ, ਮੁੜ ਕੇ ਬੋਲ ਨਹੀਂ ਸਕੇ। ਕਈਆਂ ਨੇ ਫਿਰ ਹਿੰਮਤ ਕਰਕੇ ਕੁਝ ਸ਼ਬਦ ਕਹੇ ਨੇ, ਆਪਣੇ ਮੁਖਾਰ ਬਿੰਦ ਤੋਂ ਜਦੋਂ ਸੁਰਤ ਉਹਦੇ ਸ਼ਬਦ ਨਾਲ ਜੁੜੀ, ਜਿਹੜੇ ਤਜਰਬੇ ਉਹਨਾਂ ਨੂੰ ਹੋਏ, ਜੋ ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਅੰਦਰ ਇੱਕ ਪਰ ਉਪਕਾਰ ਜਾਗਿਆ ਕਿ ਜਿਹੜੀ ਫੀਲਿੰਗ, ਤਜਰਬਾ ਸਾਨੂੰ ਹੋਇਆ, ਸਰੀਰ ਤੇ ਨਾਸ਼ਵਾਨ ਨੇ, ਭਾਵੇਂ ਕੋਈ ਅਵਤਾਰ ਹੈ, ਕੋਈ ਭਗਤ ਹੈ, ਉਹਨਾਂ ਨੂੰ ਇਸ ਗੱਲ ਦਾ ਇਲਮ ਸੀ, ਗਿਆਨ ਸੀ ਕਿ ਇਸ 5 ਭੌਤਿਕ ਸਰੀਰ ਨੇ ਤਾਂ ਅਖੀਰ ਨੂੰ ਬਿਨਸ ਹੀ ਜਾਣਾ ਹੈ, ਪਰ ਉਸ ਸਰੀਰ ਦੇ ਅੰਦਰ ਜਿਹੜਾ ਗਿਆਨ ਉਤਰਿਆ ਸੀ ਰੱਬ ਦੇ ਪਿਆਰ ਦਾ, ਉਹ ਬੜਾ ਕੀਮਤੀ ਸੀ। ਇਸ ਕਰਕੇ ਉਹਨਾਂ ਸੋਚਿਆ ਕਿ ਇਸ ਦੇਹ ਦੇ ਖਤਮ ਹੋਣ ਤੋਂ ਪਹਿਲਾਂ ਪਰਮਾਤਮਾ ਦੇ ਉਸ ਪਿਆਰ ਨੂੰ, ਉਸ ਗਿਆਨ ਨੂੰ ਅੱਖਰਾਂ ਵਿੱਚ ਪਾ ਕੇ ਲਿਖ ਦਿੱਤਾ ਜਾਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਦੇ ਤੋਂ ਲਾਭ ਉਠਾ ਸਕਣ, ਉਹਨਾਂ ਨੂੰ ਜ਼ਿੰਦਗੀ ਦਾ ਰਸਤਾ ਮਿਲ ਜਾਏ। ਇਹ ਉਹਨਾਂ ਦਾ ਪਰਉਪਕਾਰ ਹੈ। ਇਹਦੇ ਤੋਂ ਵੱਡਾ ਹੋਰ ਕੋਈ ਦਾਨ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਤਰ੍ਹਾਂ ਦੇ ਦਾਨ ਆਉਂਦੇ ਨੇ, ਪਰ ਜਿੱਥੇ ਮਾਇਆ ਦਾ ਦਾਨ ਹੈ, ਵਸਤਰਾਂ ਦਾ ਦਾਨ ਹੈ, ਧਨ ਦਾ ਦਾਨ ਹੈ, ਕੋਈ ਕਿਸੇ ਨੂੰ ਪਾਣੀ ਪਿਆਉਂਦਾ ਹੈ, ਇਹ ਸਾਰੇ ਦਾਨ ਗਿਣੇ ਗਏ ਨੇ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਦਾਨ ਨੂੰ ਕਿਹਾ ਗਿਆ ਜੀ ਦਾਨ। ਜੀ ਦਾਨ ਦਾ ਮਤਲਬ ਬੰਦੇ ਦੇ ਅੰਦਰ ਮਰੀਆਂ ਹੋਈਆਂ ਬਿਰਤੀਆਂ ਨੂੰ ਜਿੰਦਾ ਕਰ ਦੇਣਾ, ਬੰਦੇ ਦੇ ਅੰਦਰ ਮਰੇ ਹੋਏ ਪਰ ਉਪਕਾਰ ਨੂੰ ਜਿਉਂਦਾ ਕਰ ਦੇਣਾ, ਮਨੁੱਖ ਦੇ ਮਨ ਦੇ ਵਿੱਚ ਪਈ ਹੋਈ ਦਇਆ ਨੂੰ ਪਰਤ ਕੇ ਸੁਰਜੀਤ ਕਰ ਦੇਣਾ, ਆਦਮੀ ਦੇ ਮਨ ਵਿੱਚ ਮਰੀ ਹੋਈ ਇਮਾਨਦਾਰੀ ਨੂੰ ਫਿਰ ਜਿੰਦਾ ਕਰ ਦੇਣਾ, ਔਰ ਸਭ ਤੋਂ ਵੱਡਾ ਮਨੁੱਖ ਦੇ ਮਨ ਵਿੱਚ ਜਿਹੜਾ ਪ੍ਰੇਮ ਦਾ ਦੀਵਾ ਮੱਧਮ ਪੈ ਗਿਆ, ਰੱਬ ਦੇ ਸਿਮਰਨ ਦੀ ਯਾਦ ਘਟ ਗਈ ਹੈ, ਉਹਨੂੰ ਫਿਰ ਜਿਉਂਦਾ ਕਰ ਦੇਣਾ, ਉਸ ਨੂੰ ਗੁਰਬਾਣੀ ਵਿੱਚ ਕਿਹਾ ਗਿਆ ਜੀ ਦਾਨ। ਔਰ ਗੁਰੂ ਸਾਹਿਬ ਨੇ ਬਚਨ ਵੀ ਕੀਤਾ, ਕੁਝ ਸਰੀਰ ਇਸ ਧਰਤੀ ਤੇ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਦਾ ਪ੍ਰਯੋਜਨ ਸੰਸਾਰ ਦੇ ਰਸ ਭੋਗਣਾ ਨਹੀਂ ਸੀ। ਉਹਨਾਂ ਦੀ ਡਿਊਟੀ ਸੀ ਕਿ ਜਨਮ ਮਰਨ ਦੋਹੂ ਮੈਂ ਨਾਹੀ,
जन पर उपकारी आए, जी दान दे भगति लायन। क्योंकि भगति सिद्धि नहीं मनुख कर सकता। गुर सेवा बिन भगत ना होए, भगति सिद्धि नहीं। बिन गुण कीते भगत ना होए, कई वचन आउंदे ने। भगति जिहड़ी है, जिहदे जीवन दे विच पहला भगति है, ਉਹਦੇ ਰਾਹੀਂ ਉਹਦੇ ਨਾਲ ਸੰਬੰਧ ਜੋੜ ਕੇ ਜਿਹਨੂੰ ਗੁਰੂ ਸਾਹਿਬ ਨੇ ਸਾਧ ਸੰਗਤ ਕਿਹਾ ਹੈ। ਭਗਤੀ ਕਰਨ ਦਾ ਇੱਕ ਤਰੀਕਾ ਦੱਸਿਆ ਕਿ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ ਤੂੰ ਉਹਨਾਂ ਦੀ ਸੰਗਤ ਕਰ। ਸਿੱਧਾ ਤਰੀਕਾ ਸਾਨੂੰ ਦੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਹਨਾਂ ਦੀ ਸੰਗਤ ਕਰਕੇ ਤੂੰ ਆਪਣੇ ਜੀਵਨ ਵਿੱਚ ਭਗਤੀ ਦੀ ਪ੍ਰਾਪਤੀ ਕਰ ਸਕਣ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਐਸੇ ਗੁਰਮੁਖਾਂ ਦੇ ਅੰਦਰ ਭਗਤੀ ਦਾਨ ਕਰਨ ਦੀ ਜੁਗਤ ਉਹਨਾਂ ਵਿੱਚ ਸਮਰੱਥਾ ਹੁੰਦੀ ਹੈ। ਇਸ ਕਰਕੇ ਬਚਨ ਕੀਤੇ ਉਹ ਲੋਕ ਜਿਨ੍ਹਾਂ ਨੇ ਪਰਉਪਕਾਰ ਕਰਨਾ ਸੀ, ਜਦੋਂ ਉਹਨਾਂ ਨੇ ਅੱਖਰਾਂ ਦੇ ਰਾਹੀਂ ਗਿਆਨ ਬੋਲਿਆ ਤੇ ਕਿਸੇ ਨੇ ਲਿਖ ਲਿਆ। ਇਹ ਪਹਿਲਾਂ ਵਾਪਰਿਆ ਕਿਉਂਕਿ 4 ਵੇਦਾਂ ਦੀ ਗੱਲ ਆ ਰਹੀ ਹੈ। ਗੁਰੂ ਅੰਗਦ ਦੇਵ ਜੀ ਨੇ ਕਿਹਾ, ਵੇਦਾਂ ਦੇ ਵਿੱਚ ਫਿਰ ਜਿੱਥੇ ਬ੍ਰਹਮ ਗਿਆਨੀਆਂ ਦਾ ਕੁਝ ਹਿੱਸਾ ਸੀ, ਉੱਥੇ ਵਿੱਚ ਵਿੱਚ ਫਿਰ ਭਰਮ ਗਿਆਨੀਆਂ ਦੀ ਵੀ ਵਾਰੀ ਆ ਗਈ। ਗ੍ਰੰਥਾਂ ਦੇ ਅੰਦਰ ਨਾਮ ਦੀ ਗੱਲ ਤੇ ਹੈ ਸੀ, ਪਰਮਾਤਮਾ ਦੀ ਕਹਾਣੀ ਵੀ ਹੈ ਸੀ, ਪਰ ਕੀ ਹੋਇਆ ਕਿ ਉਹਦੇ ਵਿੱਚ ਰਲ ਗੱਡ ਹੋ ਗਈ, ਉਹਦੇ ਵਿੱਚ ਸਮਾਜਿਕ ਗੱਲਾਂ ਆ ਗਈਆਂ ਤੇ ਸਮਾਂ ਲੰਘਣ ਦੇ ਨਾਲ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਨਾਮ ਔਰ ਨਾਮ ਨੂੰ ਜਪਣ ਦੀਆਂ ਜਿਹੜੀਆਂ ਪਰਿਸਥਿਤੀਆਂ ਨੇ, ਜੁਗਤਾਂ ਨੇ, ਉਹਨਾਂ ਦੀ ਵਿਆਖਿਆ ਘਟ ਗਈ ਤੇ ਕਰਮ ਕਾਂਡਾਂ ਦੀ ਵਿਆਖਿਆ ਭਰਪੂਰ ਹੋ ਗਈ। ਕਈ ਤਰ੍ਹਾਂ ਦੇ ਕਰਮ ਕਾਂਡ ਮਿੱਥ ਦਿੱਤੇ ਗਏ। ਤੀਰਥਾਂ ਤੇ ਯਾਤਰਾ ਕਰਨੀ, ਭੰਡਾਰੇ ਕਰਨੇ, ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਕਰਮ ਗਿਣ ਦਿੱਤੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਇਸ ਤਰ੍ਹਾਂ ਪਾਪ ਤੇ ਪੁੰਨ ਦੀ ਵਿਚਾਰ ਕਰਦਿਆਂ ਜਿਹੜਾ ਗਿਆਨ ਪਰਮਾਤਮਾ ਦੇ ਭਗਤਾਂ ਵਿੱਚੋਂ ਆਇਆ ਸੀ, ਉਹ ਤਾਂ ਪਾਸੇ ਰਹਿ ਗਿਆ ਤੇ ਲੋਕ ਫੋਕੇ ਕਰਮਾਂ ਵਿੱਚ ਫਸ ਕੇ ਰਹਿ ਗਏ। ਨਾਮ ਤੋਂ ਹੀਣੇ ਹੋ ਗਏ, ਨਾਮ ਤੋਂ ਖਾਲੀ ਹੋ ਗਏ। ਤਾਂ ਸਤਿਗੁਰੂ ਨੇ ਬਚਨ ਕੀਤਾ ਕਿ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਲੋਕ ਪਾਪ ਪੁੰਨ ਦੀਆਂ ਵਿਚਾਰਾਂ ਵਿੱਚ ਹੀ ਫਸ ਗਏ। ਲੋਕ ਤਰਕ ਵਿਤਰਕ ਦੇ ਵਿੱਚ ਫਸ ਗਏ। ਕੋਈ ਤੀਰਥਾਂ ਨੂੰ ਜਾਣਾ ਹੀ ਧਰਮ ਸਮਝਣ ਲੱਗ ਪਿਆ। ਕਿਸੇ ਨੇ ਮੇਲਿਆਂ ਵਿੱਚ ਰਹਿਣਾ ਹੀ ਜ਼ਿੰਦਗੀ ਸਮਝ ਲਈ। ਕਿਸੇ ਨੇ, ਹੁਣ ਕਈ ਤਰ੍ਹਾਂ ਦੇ ਕਰਮ ਨੇ, ਹਿੰਦੂ ਮਤ ਦੇ ਆਪਣੇ ਕਰਮ ਨੇ, 6 ਤਰ੍ਹਾਂ ਦੇ ਕਰਮ। ਦਾਨ ਦੇਣਾ ਵੀ ਕਰਮ ਹੈ, ਲੈਣਾ ਵੀ। ਵਿਦਿਆ ਦੇਣੀ, ਵਿਦਿਆ ਲੈਣੀ, ਇਹ ਸਾਰੇ ਕਰਮ ਸਨ। ਸਮਾਂ ਪਾ ਕੇ ਰਿਵਾਜ ਬਣ ਗਿਆ, ਉਹਦੇ ਵਿੱਚੋਂ ਨਾਮ ਦੀ, ਪਰਮਾਤਮਾ ਦੀ ਗੱਲ ਅਲੋਪ ਹੋ ਗਈ। ਔਰ ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਉਹ ਕਹਿੰਦੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਬਕ ਧਿਆਨ ਲਗਾਇਓ। ਅੱਖਾਂ ਬੰਦ ਕਰਨੀਆਂ ਵੀ ਕਰਮ ਬਣ ਗਿਆ, ਪਖੰਡ ਹੋ ਗਿਆ। ਲੋਕਾਂ ਨੇ ਸੋਚ ਲਿਆ ਕਿ ਅੱਖ ਬੰਦ ਕੀਤਿਆਂ ਰੱਬ ਖੁਸ਼ ਹੋ ਜਾਏਗਾ, ਜਦ ਕਿ ਅੱਖ ਤੇ ਬੰਦ ਤਾਂ ਹੋਣੀ ਸੀ ਜਦੋਂ ਅੰਦਰ ਨਾਮ ਟਿਕਦਾ, ਆਪਣੇ ਆਪ ਅੱਖ ਬੰਦ ਹੋ ਜਾਣੀ ਸੀ। ਸ਼ਬਦ ਦੀ ਕਮਾਈ ਕੀਤਿਆਂ, ਨਾਮ ਦੀ ਕਮਾਈ ਕੀਤਿਆਂ ਅੱਖ ਨੇ ਆਪਣੇ ਆਪ ਬੰਦ ਹੋਣਾ ਸੀ। ਪਰ ਮਨੁੱਖ ਨੇ ਕੀ ਕੀਤਾ, ਨਾਮ ਨਹੀਂ ਜਪਿਆ ਤੇ ਅੱਖ ਪਹਿਲਾਂ ਹੀ ਬੰਦ ਕਰ ਲਈ। ਪਹਿਲਾਂ ਹੀ ਉਹਦੇ ਰਿਜ਼ਲਟ ਆਪ ਬਣਾਉਣੇ ਸ਼ੁਰੂ ਕਰ ਦਿੱਤੇ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। 7 ਸਮੁੰਦਰਾਂ ਤੇ ਇਸ਼ਨਾਨ ਕਰੇ,
ਸਾਰੇ ਤੀਰਥ ਗਾਹ ਮਾਰੇ, ਸਾਰੀਆਂ ਯਾਤਰਾਵਾਂ ਵੀ ਕਰ ਲਈਆਂ। ਹਜੂਰ ਨੇ ਕਿਹਾ ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਕਈਆਂ ਨੇ ਘਰ ਛੱਡਿਆ, ਜੰਗਲਾਂ ਵਿੱਚ ਚਲੇ ਗਏ, ਆਸ਼ਰਮ ਵਿੱਚ ਚਲੇ ਗਏ। ਬੈਠ ਰਹੇ ਹੋ ਬਕ ਧਿਆਨ ਲਗਾਇਓ, ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਖਾਲੀ ਹੋ ਗਏ ਸਾਰੇ ਧਰਮ, ਹੋਕੇ ਹੋ ਗਏ ਬਸ ਯਾਤਰਾਵਾਂ ਕਰਨੀਆਂ, ਦਰਸ਼ਨ ਮੇਲੇ ਕਰਨੇ, ਮੇਲਿਆਂ ਤੇ ਜਾਣਾ, ਲੰਗਰਾਂ ਵਿੱਚ ਖੁਸ਼ ਰਹਿਣਾ, ਢੋਲ ਢਮੱਕੇ ਵਿੱਚ ਫਸੇ ਰਹਿਣਾ। ਇਹਨਾਂ ਚੀਜ਼ਾਂ ਦੇ ਵਿੱਚ ਹੀ ਜੀਵਨ ਫਸ ਕੇ ਰਹਿ ਗਿਆ, ਤਤ ਪਾਸੇ ਹੋ ਗਿਆ। ਉਹ ਤਤ ਕਿਹੜਾ ਸੀ? ਵਾਹਿਗੁਰੂ ਦਾ ਨਾਮ ਜਪਣਾ, ਉਹਨੂੰ ਪ੍ਰੇਮ ਕਰਨਾ। ਤਾਂ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਕਹਿੰਦੇ, ਫਿਰ ਹੋਰ ਅੱਗੇ ਵਿਆਖਿਆ ਕੀਤੀ, ਕਹਿੰਦੇ ਦੇ ਦੇ ਲੈਣਾ, ਲੈ ਲੈ ਦੇਣਾ। ਕੀ ਹੋਇਆ? ਧਰਮ ਇੱਕ ਬਾਜ਼ਾਰ ਬਣ ਗਿਆ, ਇੱਕ ਮਾਰਕੀਟ ਬਣ ਗਈ। ਬੰਦੇ ਨੇ ਗੁਰੂ ਨਾਲ ਸੌਦਾ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਇੰਨਾ ਦਿਆਂਗੇ, ਸਾਨੂੰ ਕੀ ਦਿਓਗੇ? ਵੈਸੇ ਤਾਂ ਦੇਣ ਦੀ ਗੱਲ ਕੀਤੀ ਗਈ ਹੈ। ਹਜੂਰ ਦਾ ਬੜਾ ਸੁਨਹਿਰੀ ਇੱਕ ਇਹ ਵਿਸ਼ਾ ਹੈ ਗੁਰਮਤ ਦੇ ਅੰਦਰ ਕਿ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਕੱਢੇ ਵਿੱਚੋਂ, ਭਾਵੇਂ ਕਿਹੜੇ ਤਰੀਕੇ ਨਾਲ ਉਹਨੂੰ ਵੰਡੇ, ਉਹ ਦੇਣ ਦੀ ਗੱਲ ਹੈ। ਪਰ ਸਤਿਗੁਰੂ ਨੇ ਕਿਹਾ ਕਿ ਇੱਥੇ ਬੰਦੇ ਦੀ ਵਾਸ਼ਨਾ ਜਗਾਈ ਗਈ, ਲੋਭ ਵੱਡਾ ਕੀਤਾ ਗਿਆ। ਲੋਭ ਨੂੰ ਤੇ ਛੋਟਾ ਕਰਨਾ ਸੀ ਨਾ, ਲੋਭ ਜਗਾਇਆ ਗਿਆ ਕਿ ਤੂੰ 1 ਰੁਪਈਆ ਦੇ ਤੈਨੂੰ 100 ਮਿਲੇਗਾ। ਉਹਦੀ ਵਾਸ਼ਨਾ ਨੂੰ ਜਗਾਇਆ ਗਿਆ। ਜਦ ਕਿ ਦੇਣ ਦਾ ਮਤਲਬ ਇਹ ਸੀ, ਉਹਦੀ ਵਿਆਖਿਆ ਇਹ ਹੋਣੀ ਚਾਹੀਦੀ ਸੀ ਕਿ ਆਪਣੇ ਹੱਥੋਂ ਦੇ, ਤੇਰਾ ਵੀ ਭਲਾ ਹੋਵੇਗਾ ਤੇ ਜਿਹਨੂੰ ਦੇਂਗਾ ਉਹਦਾ ਵੀ ਭਲਾ ਹੋਵੇਗਾ। ਤਾਂ ਹੀ ਹਜੂਰ ਨੇ ਬਚਨ ਕੀਤਾ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਹੱਥੋਂ ਦੇ ਕੇ ਭਲਾ ਮਨਾਵੇ। ਦੇਣ ਨਾਲ ਕੀ ਹੋਵੇਗਾ? ਗੱਲ ਇਹ ਸੀ, ਦੇਣਾ ਗਲਤ ਨਹੀਂ, ਦਾਨ ਕਰਨਾ ਨਹੀਂ ਗਲਤ। ਦਾਨ ਦੀ ਵਿਆਖਿਆ ਗਲਤ ਹੋ ਗਈ। ਵੈਸੇ ਤਾਂ ਜਿਨ੍ਹਾਂ ਨੇ ਇਸ ਸ਼ਬਦ ਦੇ ਉੱਤੇ ਬਹੁਤੀ ਖੋਜ ਕੀਤੀ ਹੈ ਨਾ, ਦਾਨ ਤੇ, ਉਹ ਕਹਿੰਦੇ ਨੇ ਦਾਨ ਸ਼ਬਦ ਬੰਦੇ ਵਾਸਤੇ ਜੱਚਦੇ ਹੀ ਨੇ। ਦਾਨ ਉਹਨੂੰ ਕਹਿੰਦੇ ਨੇ ਜਿਹੜਾ ਦਿੱਤਾ ਜਾਏ ਤੇ ਦੇਣ ਦੇ ਬਦਲੇ ਵਿੱਚ ਉਹਦੇ ਬਾਰੇ ਵਾਪਸੀ ਕੁਝ ਖਵਾਇਸ਼ ਨਾ ਰੱਖੀ ਜਾਏ, ਉਹਨੂੰ ਕਹਿੰਦੇ ਨੇ ਦਾਨ। ਦਾਨ ਉਸ ਨੂੰ ਕਹਿੰਦੇ ਨੇ ਜਿਹੜੀ ਚੀਜ਼ ਅਸੀਂ ਦੇ ਰਹੇ ਹਾਂ ਉਹਦੇ ਤਬਾਦਲੇ ਵਿੱਚ ਅੰਦਰ ਇੱਛਾ ਜਿਆਦੀ ਭਰਪੂਰ ਹੈ, ਉਹ ਦਾਨ ਨਹੀਂ ਹੋ ਸਕਦਾ। ਉਹਨੂੰ ਕਿਹਾ ਗੁਰੂ ਅੰਗਦ ਦੇਵ ਜੀ ਨੇ, ਕਹਿੰਦੇ ਧਾਰਮਿਕ ਜਿਹੜੇ ਥਾਂ ਨੇ ਉਹ ਤੇ ਮਾਰਕੀਟ ਬਣ ਕੇ ਰਹਿ ਗਈ। ਉਹ ਤਾਂ ਦੇ ਦੇ ਲੈਣਾ, ਲੈ ਲੈ ਦੇਣਾ। ਦੇਣਾ ਤੇ ਫਿਰ ਕਿਆ ਦਿਓ, ਵਾਪਸ ਦਿਓ। ਤੇ ਇਹ ਤਾਂ ਜ਼ਿੰਦਗੀ ਦਾ ਇੱਕ ਹਿਸਾਬ ਹੈ, ਕੋਈ ਪਤਾ ਨਹੀਂ ਤੁਸੀਂ ਦਿੱਤਾ ਕਿ ਵਾਪਸ ਮਿਲੇਗਾ ਨਹੀਂ। ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਜਾਂ ਕਦੋਂ ਮਿਲੇਗਾ ਇਹ ਵੀ ਕੋਈ ਪਤਾ ਨਹੀਂ। ਹਾਂ, ਗੁਰੂ ਸਾਹਿਬ ਨੇ ਇੱਕ ਗੱਲ ਜ਼ਰੂਰ ਕਹੀ ਹੈ, ਕਹਿੰਦੇ ਦੇ ਗੁਰੂ ਨੂੰ, ਇਹ ਨਹੀਂ ਮੈਂ ਤੈਨੂੰ ਕਹਿੰਦਾ ਹੁਣੇ ਮਿਲੇਗਾ, ਕਿਉਂਕਿ ਇਹ ਤੇਰੇ ਲੋਭ ਨੂੰ ਵੱਡਾ ਕਰੇਗਾ, ਇਹ ਤੈਨੂੰ ਬਾਜ਼ਾਰੀ ਬਣਾ ਦੇਗਾ, ਸੌਦੇਬਾਜ਼ ਬਣਾ ਦੇਗਾ। ਇੱਕ ਗੱਲ ਮੈਂ ਤੈਨੂੰ ਕਹਿਣਾ ਕਿ ਗੁਰੂ ਇੰਨਾ ਮਹਾਨ ਹੈ, ਜੇ ਤੂੰ ਉਹਨੂੰ ਥੋੜਾ ਜਿਹਾ ਵੀ ਦੇਂਗਾ ਤੇਰਾ ਰੱਖਦਾ ਨਹੀਂ। ਤਰੀਕਾ ਕੋਈ ਵੀ ਹੋ ਸਕਦਾ, ਇੱਥੇ ਕੋਈ ਸਿੱਧਾ ਨਹੀਂ ਦਿਸਦਾ ਵੀ ਅੱਜ ਦਿੱਤਾ ਤੇ ਕੱਲ ਜ਼ਰੂਰ ਮਿਲੇਗਾ। ਇਸ ਤਰ੍ਹਾਂ ਦੀ ਕੋਈ ਅਰਦਾਸ ਨਹੀਂ ਸਿੱਖੀ ਵਿੱਚ। ਇਸ ਤਰ੍ਹਾਂ ਦੀ ਕੋਈ ਅਰਦਾਸ ਨਹੀਂ ਕਿ ਜਿਹਦੇ ਉੱਤੇ ਦਾਅਵਾ ਕੀਤਾ ਜਾਏ। ਅਰਦਾਸ ਦੇ ਅਰਥ ਹੀ ਇਹ ਨੇ ਜਿਹਦੇ ਵਿੱਚ ਦਾਅਵਾ ਨਹੀਂ, ਸਿਰਫ ਪੁਕਾਰਿਆ ਜਾਣਾ ਹੈ। ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਥੋਂ ਦਾ ਦਾਨ ਕੀ ਬਣ ਗਿਆ? ਇਥੋਂ ਦਾ ਦਾਨ ਬਣ ਗਿਆ ਵਪਾਰ, ਦੇਣਾ ਤੇ ਮੰਗਣਾ, ਬਿਜ਼ਨਸ ਕਰਨਾ। ਇਹ ਵੀ ਕਰਮਾਂ ਦੇ ਵਿੱਚ ਬੰਦਾ ਫਸ ਗਿਆ। ਇਸ ਲਈ ਗੁਰੂ ਅੰਗਦ ਦੇਵ ਜੀ ਨੇ ਇਹਨੂੰ ਵੀ ਧਰਮ ਦੇ ਵਿੱਚੋਂ ਕੱਢਣ ਦੀ ਇੱਥੇ ਵਕਾਲਤ ਕੀਤੀ। ਉਹ ਕਹਿੰਦੇ ਦੇ ਦੇ ਲੈਣਾ,
ਲੈ ਦੇना ਤੇ ਲੈਂਦੇ ਰਹਿਣਾ ਤੇ ਫਿਰ ਦੇਣਾ ਤੇ ਦੇਣਾ ਤੇ ਫਿਰ ਲੈਣਾ। ਗੱਲ ਇੱਥੇ ਕੀ ਹੈ ਕਿ ਬੰਦਾ ਸੰਸਾਰ ਦੇ ਪਦਾਰਥਾਂ ਦੀ ਹੀ ਗੱਲ ਧਰਮ ਦੀ ਦੁਨੀਆ ਵਿੱਚ ਕਰਦਾ ਰਿਹਾ। ਕੰਮ ਜਿਹੜਾ ਕਰਨ ਆਏ ਸੀ ਇੱਥੇ ਕਾਹਦੇ ਵਾਸਤੇ? ਗੁਰੂ ਸਾਹਿਬ ਨੇ ਤੇ ਇੱਕ ਕੰਮ ਕਿਹਾ ਸੀ, ਕਹਿੰਦੇ ਕਿ ਬੰਦਾ ਤੇ ਸੰਸਾਰ ਵਿੱਚ ਵੀ ਇੱਕ ਕੰਮ ਕਰਨ ਆਇਆ। ਕਿਸੇ ਨੇ ਪੁੱਛ ਲਿਆ ਸੀ ਕਿਉਂ ਆਏ ਆ, ਜਨਮ ਕਿਉਂ ਹੋਇਆ? ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ, ਕਿਤੇ ਨਹੀਂ ਇੱਕ ਤੁਕ ਲਿਖੀ ਵੀ ਬੰਦਾ ਖਾਣ ਲਈ ਆਇਆ, ਵੇਖਣ ਲਈ ਆਇਆ, ਸੁਣਨ ਲਈ ਆਇਆ, ਬੋਲਣ ਲਈ ਆਇਆ, ਕੰਮ ਕਰਨ ਲਈ ਆਇਆ। ਕਿਤੇ ਨਹੀਂ ਲਿਖਿਆ ਹੋਇਆ। ਹਾਂ, ਇਹ ਜ਼ਰੂਰ ਲਿਖਿਆ ਕਿ ਬੰਦੇ ਨੂੰ ਜ਼ਿੰਦਗੀ ਬਤੀਤ ਕਰਨ ਵਾਸਤੇ ਅੱਖਾਂ ਚਾਹੀਦੀਆਂ ਨੇ, ਵੇਖਣਾ ਚਾਹੀਦਾ ਜ਼ਰੂਰ, ਕੰਨ ਵੀ ਚਾਹੀਦੇ ਨੇ, ਸੁਣਨਾ ਵੀ ਚਾਹੀਦਾ। ਜੇ ਚਿਰ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਇਹ ਵਿਸ ਸੰਸਾਰ ਤੁਮ ਜੇ ਦੇਖਦੇ ਹਰ ਕਾ ਰੂਪ ਹੈ। ਵੇਖ ਵੀ, ਪਰ ਇਹਨੂੰ ਜ਼ਿੰਦਗੀ ਦਾ ਏਮ ਨਾ ਸਮਝ ਲਈ। ਕਾਹਦੇ ਵਾਸਤੇ ਆਏ ਆ? ਸਤਿਗੁਰੂ ਨੇ ਜਵਾਬ ਦਿੱਤਾ, ਕਹਿੰਦੇ ਬਾਣੀ ਪੜ੍ਹਨ ਵਾਸਤੇ ਤੇ ਬਾਣੀ ਸੁਣਨ ਵਾਸਤੇ, ਦੋ ਕੰਮ ਨੇ। ਆਇਓ ਪੜ੍ਹਨ ਸੁਣਨ ਕੋ ਬਾਣੀ, ਦੋ ਕੰਮ ਵਾਸਤੇ ਆਇਆ ਮਨੁੱਖ। ਜਾਂ ਤੇ ਪੜ੍ਹ, ਔਰ ਇੱਥੇ ਇਹ ਦੋਵੇਂ ਚੀਜ਼ਾਂ ਜੋੜ ਦਿੱਤੀਆਂ ਗੁਰੂ ਸਾਹਿਬ ਨੇ। ਪੜ੍ਹਨ ਤੇ ਸੁਣਨ ਦੀ ਗੱਲ ਇਕੱਠੀ ਕਿਉਂ ਕਰ ਦਿੱਤੀ? ਕਹਿੰਦੇ ਪੜ੍ਹ ਤੇ ਜੋ ਕੁਝ ਪੜ੍ਹ ਰਿਹਾ ਉਹਨੂੰ ਨਾਲੋਂ ਨਾਲ ਸੁਣ। ਜਿਹਨੂੰ ਤੂੰ ਪੜ੍ਹ ਰਿਹਾ ਨਾ, ਜਿਹਨੂੰ ਬੋਲ ਰਿਹਾ ਹੈ, ਜਿਹੜਾ ਮਣਕਾ ਚੱਲ ਰਿਹਾ, ਜਿਹੜਾ ਤੂੰ ਨਾਮ ਜਪ ਰਿਹਾ, ਉਹ ਜਪਣ ਦਾ ਬੋਲਣ ਦਾ ਫਾਇਦਾ ਤਾਂ ਹੈ ਕਿ ਤੂੰ ਆਪ ਉਹਨੂੰ ਸੁਣੇ। ਆਇਓ ਪੜ੍ਹਨ ਸੁਣਨ ਕੋ ਬਾਣੀ। ਇਸ ਲਈ ਇਹ ਕੰਮ ਇੱਥੇ ਜ਼ਰੂਰੀ ਸੀ। ਗੁਰੂ ਨੇ ਤੇ ਕਿਹਾ ਕਿ ਬੰਦਾ ਸੰਸਾਰ ਵਿੱਚ ਜਨਮ ਹੀ ਤਾਂ ਲੈਂਦਾ ਨਾਮ ਜਪੇ, ਪਰ ਆਪਾਂ ਧਾਰਮਿਕ ਥਾਵਾਂ ਤੇ ਆ ਕੇ ਵੀ ਨਾਮ ਤੋਂ ਦੂਰ ਚਲੇ ਗਏ ਤੇ ਧਾਰਮਿਕ ਥਾਵਾਂ ਨੂੰ ਵੀ ਸੰਸਾਰ ਬਣਾ ਦਿੱਤਾ। ਇਸ ਲਈ ਇੱਕ ਗੱਲ ਬਹੁਤ ਤੋਲ ਕੇ ਕਹੀ ਹੈ ਸਿਆਣਿਆਂ ਨੇ। ਉਹ ਕਹਿੰਦੇ ਨੇ ਧਾਰਮਿਕ ਬੰਦੇ ਦਾ ਘਰ ਵੀ ਮੰਦਿਰ ਗੁਰਦੁਆਰਾ ਹੁੰਦਾ ਹੈ ਤੇ ਸੰਸਾਰੀ ਬੰਦੇ ਦਾ ਗੁਰਦੁਆਰਾ ਵੀ ਘਰ ਹੁੰਦਾ ਹੈ। ਬੜੀ ਤੋਲ ਕੇ ਨਾਪ ਕੇ ਗੱਲ ਕਹੀ। ਕਿਉਂ? ਕਿ ਜੇ ਸੰਸਾਰੀ ਬਿਰਤੀ ਨਹੀਂ ਅੰਦਰੋਂ ਬਦਲੀ, ਗੱਲ ਤੇ ਬਿਰਤੀ ਦੀ ਹੈ ਨਾ। ਜਦੋਂ ਅੰਦਰੋਂ ਚੇਂਜ ਹੋ ਗਿਆ ਬੰਦਾ, ਵੇਖੋ ਗੱਲ ਅੰਦਰੋਂ ਬਦਲਣ ਦੀ ਜ਼ਰੂਰਤ ਹੈ। ਜੇ ਬੰਦੇ ਦੀ ਅੰਦਰ ਚੇਤਨਾ ਨਹੀਂ ਨਾ ਬਦਲੀ, ਸੋਚ ਨਹੀਂ ਬਦਲੀ, ਧਿਆਨ ਨਹੀਂ ਬਦਲਿਆ, ਜਿਵੇਂ ਦਾ ਘਰ ਉਵੇਂ ਦੇ ਗੁਰਦੁਆਰੇ। ਤਾਂ ਜੇ ਅੰਦਰੋਂ ਨਾ ਬਦਲਿਆ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ, ਸੱਪ ਨੂੰ ਤੁਸੀਂ ਗਾਂ ਦਾ ਦੁੱਧ ਪਿਆ ਦਿਓ ਕਿ ਬੱਕਰੀ ਦਾ ਕਿ ਮੱਝ ਦਾ, ਕੋਈ ਫਰਕ ਨਹੀਂ ਪੈਂਦਾ ਕਿ ਉਹਨੂੰ ਦੁੱਧ ਪਿਆਇਆ ਹੈ ਤੇ ਦੁੱਧ ਦੇ ਬਦਲੇ ਉਹ ਕੋਈ ਡੰਗ ਮਾਰੇਗਾ ਤੇ ਉਹਦੇ ਡੰਗ ਵਿੱਚੋਂ ਅੰਮ੍ਰਿਤ ਨਿਕਲਣਾ ਨਹੀਂ। ਕਿਉਂ? ਕਿਉਂਕਿ ਜਦੋਂ ਉਹਨੇ ਦੁੱਧ ਪੀਣਾ ਹੈ ਨਾ, ਤੇ ਅੰਦਰ ਜਿੱਥੇ ਦੁੱਧ ਨੇ ਹਜਮ ਹੋਣਾ ਹੈ, ਉੱਥੇ ਜਿਹੜਾ ਸਿਸਟਮ ਲੱਗਾ ਹੋਇਆ ਹੈ ਉਹ ਜ਼ਹਿਰ ਬਣਾਉਣ ਵਾਲਾ ਹੈ। ਉਹ ਸਿਸਟਮ ਜਿਹੜਾ ਅੰਮ੍ਰਿਤ ਵਾਲਾ ਹੈ ਨਹੀਂ। ਮਨਮੁਖ ਜਿੰਨਾ ਚਿਰ ਮਨਮੁਖਤਾ ਨੂੰ ਨਹੀਂ ਛੱਡਦਾ, ਉਹਨਾਂ ਚਿਰ ਧਰਮ ਵੀ ਉਹਦਾ ਕੁਝ ਨਹੀਂ ਸਵਾਰਦਾ। ਧਿਆਨ ਦਿਓ, ਇਹ ਥੋੜਾ ਜਿਹਾ ਨਾਸਤਿਕ ਪੱਖ ਭਾਵੇਂ ਮੈਂ ਕਹਿ ਰਿਹਾ ਰੁੱਖਾ ਜਿਹਾ, ਪਰ ਇਹ ਹੈ ਸੱਚ। ਇੱਕ ਤੇ ਇਹ ਗੱਲ ਧਿਆਨ ਵਿੱਚ ਰੱਖਣੀ, ਬਾਣੀ ਬੰਦੇ ਨੂੰ ਬਦਲਦੀ ਹੈ, ਕੋਈ ਸ਼ੱਕ ਨਹੀਂ। ਗੁਰਦੁਆਰੇ ਆਓ, ਬਾਣੀ ਪੜ੍ਹੋ, ਸੇਵਾ ਕਰੋ, ਮਨਮੁਖਤਾ ਘਟੇਗੀ, ਗੁਰਮੁਖਤਾ ਵੱਧ ਜਾਏਗੀ। ਪਰ ਉੱਥੇ ਜੇ ਬੰਦਾ 5-7% ਆਪ ਸਹਿਯੋਗ ਨਹੀਂ ਨਾ ਕਰਦਾ, ਉਹਦਾ ਗੁਰੂ ਨੇ ਕੁਝ ਨਹੀਂ ਜੇ ਸਵਾਰਨਾ। ਇੱਕ ਕੌੜੀ ਸਚਾਈ, ਆਪ ਵੀ ਤੇ ਕੁਝ ਨਾ ਕੁਝ ਤਾਂ ਚਲੋ 5-7 ਨਹੀਂ 1% ਤੇ ਬੰਦਾ ਸਹਿਯੋਗ ਕਰੇ ਨਾ ਗੁਰੂ ਦਾ, ਨੀਅਤ ਤੇ ਹੋਵੇ। ਬਦਲਣਾ ਤੇ ਗੁਰੂ ਨੇ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਮੈਂ ਮੰਨਣਾ ਕਿ ਤੈਨੂੰ 1000% ਗੁਰੂ ਨੇ ਤੇਰਾ ਕੰਮ ਕਰਨਾ ਹੈ, ਤੂੰ ਨਹੀਂ ਕਰ ਸਕਦਾ, ਪਰ ਸੱਜਣਾ 1% ਤੇ ਤੈਨੂੰ ਕਰਨਾ ਪੈਣਾ ਹੈ। ਆਰੰਭਤਾ ਤੇ ਤੇਰੇ ਤੋਂ ਹੋਏਗੀ ਨਾ। ਗੁਰੂ ਤਾਂ ਤੇਰਾ ਕੰਮ ਕਰੇ। ਤੇਰੀ ਜ਼ਿੰਦਗੀ ਗੁਰੂ ਨੇ ਬਦਲਣੀ, ਕੋਈ ਸ਼ੱਕ ਨਹੀਂ। ਪਰ ਚਰਨ ਸ਼ਰਨ ਗੁਰ ਏਕ ਪੈਂਡਾ, ਇੱਕ ਕਦਮ ਤੇ ਤੂੰ ਹੀ ਚੁੱਕਣਾ ਨਾ। ਜੇ ਤੂੰ ਇੱਕ ਨਹੀਂ ਚੁੱਕਦਾ ਤੇ ਗੁਰੂ ਨੇ 1000 ਨਹੀਂ ਚੁੱਕਣੇ। ਸਚਾਈ ਹੈ।
ਇਸ ਲਈ ਕਿਤੇ ਨਾ ਕਿਤੇ ਸਿੱਖ ਦੀ ਵੀ ਕੋਈ ਜ਼ਿੰਮੇਵਾਰੀ ਹੈ, ਇਕੱਲੇ ਗੁਰੂ ਦੀ ਨਹੀਂ। ਹਾਂ, ਇਹ ਗੱਲ ਪੱਕੀ ਏ ਕਿ ਬਹੁਤੀ ਜ਼ਿੰਮੇਵਾਰੀ ਗੁਰੂ ਦੀ ਤੇ ਥੋੜੀ ਸਿੱਖ ਦੀ, ਪਰ ਉਹ ਥੋੜੀ ਜਿਹੜੀ ਇਹ ਕੰਮ ਨੂੰ ਆਰੰਭ ਕਰਦੀ ਹੈ, ਸ਼ੁਰੂਆਤ ਕਰਦੀ। ਸੱਪ ਦੇ ਮੂੰਹ ਵਿੱਚ ਪਾਓ ਦੁੱਧ, ਕਿਵੇਂ ਬਦਲੇਗਾ ਉਹ? ਚੇਤਨਾ ਹੀ ਨਹੀਂ ਬਦਲੀ। ਮਨ ਮੁੱਕ ਗਿਆ ਹੈ, ਧਾਰਮਿਕ ਥਾਵਾਂ ਤੇ ਕਰ ਲਈਆਂ ਯਾਤਰਾਵਾਂ, ਹੋ ਗਏ ਪਿਕਨਿਕ, ਸਮਾਂ ਗੁਜ਼ਾਰਨਾ ਸੀ ਗੁਜ਼ਾਰ ਲਿਆ, ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਮਸਜਿਦਾਂ ਦੇ ਵਿੱਚ ਗਏ, ਪ੍ਰਯੋਜਨ ਤਾਂ ਹੈ ਨਹੀਂ ਸੀ। ਤਾਂ ਗੱਲ ਕੀ ਹੋਈ? ਸੱਪ ਦੇ ਮੂੰਹ ਵਿੱਚ ਪਿਆ ਹੋਇਆ ਦੁੱਧ ਕਦੀ ਅੰਮ੍ਰਿਤ ਪੈਦਾ ਨਹੀਂ ਕਰਦਾ, ਜ਼ਹਿਰ ਹੀ ਬਣਾਏਗਾ। ਤਾਂ ਮੂਲ ਤੱਤ ਕੀ ਕਿਹਾ ਗ੍ਰੰਥਾਂ ਨੇ? ਧਰਮ ਨੇ ਮੂਲ ਵਿਆਖਿਆ ਕੀ ਕੀਤੀ? ਉਹ ਕਹਿੰਦੇ ਨੇ ਸੋਚ ਛੱਡ ਆਪਣੀ ਪੁਰਾਣੀ। ਸੋਚ ਤਾਂ ਛੱਡਦਾ ਨਹੀਂ, ਸੋਚਣ ਦਾ ਢੰਗ ਤੇਰਾ ਉਹਦਾ ਉਹੀ ਹੈ। ਬਿਮਾਰੀਆਂ ਤੇ ਅੰਦਰ ਤੂੰ ਛੱਡਣਾ ਨਹੀਂ ਚਾਹੁੰਦਾ, ਉਹਨਾਂ ਨੂੰ ਤੇ ਫੜਿਆ ਹੋਇਆ। ਤਾਂ ਜਿਹੜੇ ਇਹ ਦਾਨ ਦੇ ਸੰਬੰਧ ਵਿੱਚ ਗੱਲਾਂ ਸਨ, ਸਤਿਗੁਰੂ ਨੇ ਦਸਵੰਧ ਦੀ ਗੱਲ ਜ਼ਰੂਰ ਕੀਤੀ ਹੈ, ਪਰ ਕਿਆ ਦਾਨ ਦਾ ਮਤਲਬ ਹੁੰਦਾ ਸਿਰਫ ਦੇਣਾ। ਹਾਂ, ਇਹ ਗੱਲ ਪੱਕੀ ਹੈ, ਤੂੰ ਗੁਰੂ ਨੂੰ ਦਸਵੰਧ ਦੇ, ਕੋਈ ਸ਼ੱਕ ਨਹੀਂ, ਗੁਰੂ ਨੂੰ ਦਸਵੰਧ ਦੇ। ਤੇ ਸਤਿਗੁਰਾਂ ਨੇ ਕਿਹਾ, ਮੈਂ ਨਹੀਂ ਕਹਿੰਦਾ ਗਰੰਟੀ ਨਾਲ ਵੀ ਤੈਨੂੰ 100 ਗੁਣਾ ਮਿਲ ਜਾਏਗਾ, ਪਰ ਇੱਕ ਗੱਲ ਤੈਨੂੰ ਜ਼ਰੂਰ ਕਹਿਣਾ, ਤੇਰੇ ਘਰ ਦੇ ਵਿੱਚ ਬਰਕਤ ਜ਼ਰੂਰ ਆ ਜਾਏਗੀ। ਇਹ ਗੱਲ ਪੱਕੀ ਹੈ, ਕੋਈ ਸ਼ੱਕ ਨਹੀਂ। ਇਸ ਲਈ ਪੁਰਾਣੇ ਗੁਰਸਿੱਖਾਂ ਨੇ, ਜਿਨ੍ਹਾਂ ਨੇ ਸਿੱਖੀ ਦੀ ਘਾਲਣਾ ਆਪ ਘਾਲ ਕੇ ਵੇਖੀ ਸਿੱਖੀ ਕੀ ਹੈ, ਉਹਨਾਂ ਇਕੱਲੀ ਪੜ੍ਹੀ ਨਹੀਂ ਹੈ, ਉਹਨਾਂ ਇਕੱਲੇ ਲੈਕਚਰ ਨਹੀਂ ਕੀਤੇ, ਕੱਲਾ ਗਿਆਨ ਨਹੀਂ। ਗਿਆਨ ਅੱਜ ਕੱਲ ਤੇ ਹਰ ਇੱਕ ਥਾਂ ਤੇ ਬੰਦਾ ਗਿਆਨਵਾਨ ਹੈ। ਲੋਕ ਕਹਿੰਦੇ ਨੇ ਪਤਾ ਨਹੀਂ ਸਾਨੂੰ, ਪਤਾ ਤੇ ਜਿਹੜਾ ਬੰਦਾ ਹਰ ਰੋਜ਼ ਗੁਰਦੁਆਰੇ ਨਹੀਂ ਗਿਆ, ਉਹਨੂੰ ਬਾਹਰ ਵੇਖੋ ਥੜੇ ਤੇ ਬਹਿ ਕੇ ਸਾਰਿਆਂ ਨੂੰ ਕੰਡਮ ਕਰ ਦੇਗਾ ਬੋਲ ਬੋਲ ਕੇ। ਗਿਆਨ ਤੇ ਉਹਦੇ ਕੋਲ ਵੀ ਹੈ। ਸਤਿਗੁਰੂ ਨੇ ਜਿਹੜੇ ਪੁਰਾਣੇ ਸਿੱਖ ਸਨ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਹੁਣ ਵੀ ਗੁਰੂ ਦੀ ਕਿਰਪਾ ਹੈ, ਜ਼ਰੂਰ ਹੈ, ਤਾਂ ਉਹਨਾਂ ਨੇ ਗੁਰੂ ਅੱਗੇ ਜਦੋਂ ਅਰਦਾਸ ਕੀਤੀ ਨਾ, ਪੈਸੇ ਨਹੀਂ ਮੰਗੇ, ਕੁਝ ਨਹੀਂ ਮੰਗਿਆ, ਇੱਕ ਲਫ਼ਜ਼ ਲੱਭਿਆ ਜਿਹਦੇ ਵਿੱਚ ਸਾਰਾ ਕੁਝ ਆ ਗਿਆ। ਉਹ ਲਫ਼ਜ਼ ਕਿਹੜਾ ਸੀ? ਕਿ ਸਤਿਗੁਰੂ ਜੀ ਕਿਰਪਾ ਕਰਨੀ, ਬਰਕਤ ਬਖਸ਼ ਦੇਣੀ। ਬਰਕਤ ਦਾ ਮਤਲਬ ਇਹ ਹੈ, ਜਿਹੜਾ ਕੰਮ 10 ਰੁਪਈਆਂ ਨੇ ਕਰਨਾ ਉਹ ਇੱਕ ਕਰੇਗਾ, 9 ਦੀ ਲੋੜ ਹੀ ਨਹੀਂ ਪਏਗੀ। ਤੇ ਫਿਰ 9 ਦੀ ਲੋੜ ਕੀ ਹੈ? ਜੇ 10 ਵਾਲਾ ਕੰਮ 1 ਰੁਪਈਏ ਨੇ ਕਰ ਦੇਣਾ, 9 ਰੁਪਈਆਂ ਦੀ ਲੋੜ ਹੀ ਨਹੀਂ ਪੈਣੀ, ਤੇ ਉਹਨਾਂ 9 ਰੁਪਈਆਂ ਨੂੰ ਜ਼ਰੂਰ ਜੇਬ ਵਿੱਚ ਰੱਖਣਾ, ਇੱਕ ਹੀ ਚੰਗਾ ਹੈ। ਗੁਰੂ ਨੇ ਦੇ ਦਿੱਤੀ ਤੰਦਰੁਸਤੀ, ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ, ਤੇ ਜ਼ਰੂਰ ਬੋਝ ਚੁੱਕਣਾ, ਉਹ ਥੋੜਾ ਹੀ ਬਹੁਤ ਹੈ। ਤਾਂ ਸਤਿਗੁਰੂ ਨੇ ਬਰਕਤ ਦੀ ਬਖਸ਼ਿਸ਼ ਕੀਤੀ। ਸੰਸਾਰ ਦੀ ਗੱਲ ਕਰਦੇ ਹਜ਼ੂਰ ਕਹਿੰਦੇ, ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਫਿਰ ਕੀ ਹੁੰਦਾ ਹੈ? ਨਰਕ ਤੇ ਸਵਰਗ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਬੰਦਾ ਦੇ ਦੇ ਕੇ ਸਵਰਗ ਦੀਆਂ ਗੱਲਾਂ ਭਾਲਦਾ, ਮੈਂ ਸਵਰਗ ਵਿੱਚ ਕਿਵੇਂ ਜਾਵਾਂਗਾ, ਸਵਰਗ ਵਿੱਚ ਕਿਹੜੇ ਰਸਤੇ ਜਾਈਦਾ, ਇੰਨਾ ਦਾਨ ਕਰੀਏ ਸਵਰਗ ਮਿਲਦਾ। ਔਰ ਇਹ ਜਿਹੜੇ ਸ਼ਬਦ ਨੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ, ਬੜੇ ਪਿਆਰੇ, ਬੰਦੇ ਦੀ ਚੇਤਨਾ ਨੂੰ ਬਦਲਣ ਵਾਲੇ ਨੇ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਸ਼ਲੋਕ ਆਇਆ, ਸ਼ਲੋਕ ਸੈਸਕ੍ਰਿਤੀ। ਉਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਸਵਾਲ ਕੀਤਾ ਹੈ ਕਿ ਸਤਿਗੁਰੂ, ਜੇ ਬੰਦੇ ਦੀ ਭਾਵਨਾ ਗਲਤ ਹੋਵੇ, ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੱਪ ਨੂੰ ਦੁੱਧ ਪਿਆਉਣ ਵਾਲੀ, ਜੇ ਉਹਦੀ ਭਾਵਨਾ ਗਲਤ ਹੈ ਤੇ ਉਹ ਬੰਦਾ ਜਪ ਤਪ ਕਰਦਾ ਹੈ, ਦਾਨ ਕਰਦਾ ਹੈ, ਸੇਵਾ ਕਰਦਾ ਹੈ, ਉਹਨੂੰ ਫਲ ਮਿਲੇਗਾ? ਭਾਵਨਾ ਗਲਤ ਹੈ, ਨੀਅਤ ਗਲਤ ਹੈ, ਸੋਚਣੀ ਗਲਤ ਹੈ। ਸੋਚਣੀ ਬਦਲੀ ਨਹੀਂ ਤੇ ਪਾਠ ਕਰ ਰਿਹਾ ਹੈ, ਸੋਚਣੀ ਬਦਲਣ ਵਾਸਤੇ ਤਿਆਰ ਹੀ ਨਹੀਂ ਹੈ। ਦਾਨ ਵੀ ਕਰਦਾ ਤੇ ਬੜਾ ਵੱਡਾ ਦਾਨ ਮਾਇਆ ਵੀ ਕੋਲ ਹੈ, ਉਹਨੂੰ ਫਲ ਮਿਲੇਗਾ? ਹਜ਼ੂਰ ਨੇ ਕਿਹਾ ਮਿਲੇਗਾ,
पर इस तरह के लोग दुनिया वास्ते बड़े खतरनाक ने, ਜਿਹੜੇ सोच नहीं बदलते तो धर्म कमाते हैं। की गल उन्हां तो की खतरा है? वो कहते ने ਜਿਹੜਾ दान करनगे, वो ਜਿਹੜਾ जप तप करनगे, ਜਿਹੜੀ सेवा करनगे, ਉਹਨਾਂ ਨੂੰ शक्ति तो मिल जानी है, पर ਉਹਨੂੰ ਵਰਤਣਾ ਕਿਵੇਂ ਵੇ ਉਹ ਭਾਵਨਾ ਤੋਂ ਬਿਨਾ पता नहीं लगता। इस करके वो की करनगे? रब उन्होंने ताकत दे देगा, शक्ति दे देगा, बादशाह बना देगा, राजे बना देगा, अमीर बना देगा, क्योंकि कुदरत का नियम है कि एक तिल नहीं भन्ना काले। कुदरत का यह नियम है, ध्यान देना। गुरु साहब ने क्या है? कुदरत का एक नियम है, जेड़ा बंदा एक भी भांडा मांज के गया लंगर दा, लिखिया जाना है, उन्होंने जरूर मिलना है। अज नहीं मिलना तो 10 साल नूं, 10 नूं नहीं तो 20 नूं, 20 नूं नहीं तो जदों भी होवे किते नहीं जाएगा। एक भांडा भी मांज गया, जिन्हें एक भी जपजी साहब पढ़ रहा उहदा असर तो होना ही है। हाँ, भावना सिੱਖੀ वाली नहीं सी, वैसे सेवा की, वैसे पाठ किया तो अद्धा हिस्सा तो मिल गया, शक्ति तो मिल गई, सिੱਖੀ ना मिली। ख्याल रखना, सिੱਖੀ और चीज़ है, शक्ति और चीज़ है। शक्ति ये है कि असी इत्थे बैठ के 2 महीने पाठ करते रहिए लगातार, ताकि वह फल नहीं मिलेगा? फल तो वह मिलेगा जरूर, ताकत मिल जाएगी, अकल नहीं मिलेगी। ताकत मिल जाएगी, शक्ति मिल जाएगी। इस करके बड़े 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 सेवादारों को कोई बहुती अकल होवे जरूरी नहीं है, ये कोई बहुती जरूरी नहीं। उन्होंने शक्ति मिल जाएगी, जिन्हें बाणी पढ़ी है, आप हत्थां नाल सेवा करता रहा है, शक्ति उन्होंने मिलेगी, वो माया वध जाएगी, धन वध जाएगा। पर हुण धन नाल बंदे दी अकल थोड़ी वधदी है। इस करके सिੱਖੀ होर चीज़ है, शक्ति होर चीज़ है। बंदा बड़ा गुरुद्वारे जाता है जी, सवेरे सवेरे सारियां तो पहले है, तो बाद विच पता लगता है कि सारा दिन कपड़ा भी गलत कटदा दुकान ते। इत्थे हुण कुछ थां ऐसे ने जिन्हां दा नाम बड़ी शरधा नाल जुड़िया होया है, मैं नाम नहीं लेना चाहुंदा, जिहड़े सिੱਖੀ दा हिरदा ने, सिੱਖੀ दा केंद्र ने, जिन्हां दे विच सिख दी जिंद जान दिन रात रहिंदी है। उन्हां थावां दे उत्ते हाजरी भरन वाले लोग, असी कहने आ सेवादार बहुत वड्डे ने। सारे नहीं मैं कह रहा, घट्टो घट जिन्हें भी होण, सेवादार बहुत तकड़े ने। इन्ने तकड़े भी बाहर दे किसी बंदे नूं अंदर बहन भी नहीं देंदे, थां नहीं मिलन देंदे भी साडे शहर दा गुरुद्वारा है। तो वो लगते तो बहुत वड्डे सेवादार, ते जदों दिने दुकान ते बहिंदे ने, उत्थे जेबां कट्टन लग्गियां भी सब तो ही वड्डे सेवादार, गुरु कोल भी सब तो वड्डे सेवादार, ते जदों किसी दी जेब कटनी उदों भी सब तो वड्डे जेब कतरे। फिर उदों की वापरेगा? वो की है? गुरु कोल आए हाँ, कदम चुके ने, बाणी पढ़ी है, गुरु ने उहदा फल तो देना ही है ना, शक्ति मिलेगी, अगले ने भी जेब अगे कर देनी है, क्योंकि सेवा का फल मिलना। पर उथों सेवा करके गुरु ग्रंथ साहब कोलों सिੱਖੀ जीवन नहीं सी मंगया। सिੱਖੀ जीवन केड़ा सी? सिੱਖੀ जीवन सी बिल्कुल सरल जीवन, सादा जीवन, धुपिया होया जीवन, बेईमानी तो बिना जीवन। तो इत्थे सच्चे पातशाह जी ने बचन कीते ने, जिन्ना चिर बंदा अंदर नूं बदलदा नहीं। एक सिख का जिक्र आउंदा है, आनंदपुर साहिब की घटना है कि ये जदों कलगीधर पातशाह आनंदपुर साहिब के किले विच निवास रखते सन, गर्मी के दिन, ते हजूर ने अपने सिंघां नूं कहा भी अज मंजा कोठे ते चाड़ दे उत्ते आराम करांगे। किले दे उत्ते कोठे की छत ते मंजे ते हजूर बैठे, ते बाहरले पासे 2 सिखां दे घर सन। हुण एक ने दूजे तो माया उधार लई सी किते साल पहला,
ਤੇ ਜਿਹਦੇ ਕੋਲੋਂ ਲਈ ਸੀ ਉਹ ਅਮੀਰ ਬੰਦਾ ਸੀ, ਜਿਹਨੇ ਲਈ ਸੀ ਉਹ ਗਰੀਬ ਸੀ। ਤੇ ਉਹ ਗਰੀਬ ਸਿੱਖ ਨੇ ਜਦੋਂ ਅਮੀਰ ਸਿੱਖ ਕੋਲੋਂ ਮਾਇਆ ਲਈ ਸੀ ਤੇ ਉਦੋਂ ਜਾਮਣ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਉਹਨਾਂ ਦਾ ਨਾਮ ਲਿਆ ਸੀ ਵੀ ਮੈਂ ਤੈਨੂੰ ਵਾਪਸ ਕਰਾਂਗਾ। ਸਮਾਂ ਲੰਘ ਗਿਆ, 1 ਸਾਲ 2 ਸਾਲ 3 ਸਾਲ। ਅੱਜ ਗੱਲ ਨੌਬਤ ਆ ਗਈ ਝਗੜੇ ਤੱਕ, ਲੜਾਈ ਤੱਕ। ਉਸ ਰਾਤ ਉਹ ਪੈਸੇ ਮੰਗਣ ਆਇਆ ਸੀ ਜਿਹਨੇ ਦਿੱਤੇ ਸਨ, ਜਿਹਨੇ ਦੇਣੇ ਸਨ ਉਹ ਜਵਾਬ ਦੇ ਗਿਆ, ਕਹਿੰਦਾ ਮੈਂ ਨਹੀਂ ਦਿੰਦਾ, ਜੋ ਕੁਝ ਕਰਨਾ ਕਰ ਲੈ। ਤੇ ਗੁਰੂ ਸਾਹਿਬ ਨਾਲ ਕੋਠੇ ਦੇ ਉੱਤੇ ਸੁਣ ਰਹੇ ਨੇ। ਉਹ ਜਿਹਨੇ ਦਿੱਤੇ ਸਨ ਉਹਨੇ ਫਿਰ ਉਹ ਗੱਲ ਦੁਹਰਾਈ, ਕਹਿਣ ਲੱਗੇ ਤੂੰ ਬੜਾ ਧੋਖੇਬਾਜ਼ ਹੈ। ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਕੇ ਮੇਰੇ ਤੋਂ ਮਾਇਆ ਲਈ ਤੇ ਅੱਜ ਜਵਾਬ ਦੇ ਰਿਹਾ, ਤੈਨੂੰ ਲੇਖਾ ਦੇਣਾ ਪਏਗਾ, ਤੈਨੂੰ ਲੇਖਾ ਦੇਣਾ ਪਏਗਾ। ਤੇ ਉਹ ਵੀ ਸਿੱਖ ਕਦੀ ਕਦੀ ਦੀਵਾਨ ਵਿੱਚ ਆਉਂਦਾ ਹੁੰਦਾ ਸੀ। ਤੁਹਾਨੂੰ ਪਤਾ ਹੈ ਆਪਣੀ ਲੋੜ ਦੀਆਂ ਤੁਕਾਂ ਅਸੀਂ ਯਾਦ ਕਰ ਲੈਂਦੇ ਹਾਂ। ਜਿਹੜੀਆਂ ਚੀਜ਼ਾਂ ਸਾਡੇ ਮਨ ਨੂੰ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਕਹਿੰਦੇ ਆ ਜੀ ਇਹ ਗੱਲ ਬੜੀ ਡੂੰਘੀ ਸਾਡੇ ਸਿਰ ਦੇ ਉੱਤੋਂ ਲੰਘ ਜਾਂਦੀ ਹੈ। ਉਹਨੂੰ ਕਹਿੰਦੇ ਨੇ ਉੱਤੋਂ ਲੰਘਦੀ ਹੈ, ਤੇ ਦੂਜੀ ਥੱਲਿਓਂ ਕਿਵੇਂ ਲੰਘ ਜਾਂਦੀ ਹੈ ਜਿਹੜੀ ਸਾਡੀ ਲੋੜ ਦੀ ਹੈ, ਉਹ ਕਿਵੇਂ ਸਮਝ ਆ ਗਈ, ਉਹਦਾ ਕਿਵੇਂ ਪਤਾ ਲੱਗਿਆ। ਬੜੇ ਮੈਨੂੰ ਕਈ ਸਰੋਤੇ ਕਦੀ ਕਦੀ ਜ਼ਿਆਦਾ ਤਾਂ ਨਹੀਂ, ਬਹੁਤਿਆਂ ਨੂੰ ਤੇ ਸਮਝ ਆਉਂਦੀ ਹੈ, ਪਰ ਕੋਈ ਇਸ ਤਰ੍ਹਾਂ ਦਾ ਸਿੱਖ ਮਿਲਦਾ ਹੈ, ਉਹ ਕਹਿੰਦਾ ਗੱਲਾਂ ਥੋੜੀਆਂ ਜਿਹੀ ਉੱਤੋਂ ਲੰਘ ਜਾਂਦੀਆਂ। ਤੇ ਮੈਂ ਕਿਹਾ ਭਾਈ 2-4 ਇੱਟਾਂ ਥੱਲੇ ਜੋੜ ਕੇ ਤੂੰ ਉੱਚਾ ਹੋ ਜਾ, ਨਾ ਲੰਘਣਗੀਆਂ, ਇਹ ਕੀ ਫਰਕ ਪੈਂਦਾ ਹੈ, ਤੂੰ ਨੀਵਾਂ ਕਿਤੇ ਜ਼ਰੂਰ। ਉੱਤੋਂ ਤਾਂ ਲੰਘਦੀ ਏ, ਕਦੀ ਕਦੀ ਬੰਦਾ ਸਿਰ ਵੀ ਨੀਵਾਂ ਕਰ ਜਾਂਦਾ ਹੈ, ਪਾਸੇ ਕਰ ਦਿੰਦਾ ਆਪਣੇ ਆਪ ਨੂੰ। ਇੱਥੇ ਕੁਝ ਉੱਤੋਂ ਨਹੀਂ ਲੰਘਦਾ, ਬੰਦਾ ਪਾਸੇ ਹੋ ਜਾਂਦਾ ਹੈ ਅੱਗੋਂ। ਲੰਘਣ ਵਾਲੀਆਂ ਚੀਜ਼ਾਂ ਹੀ ਕੋਈ ਨਹੀਂ, ਇੰਨੀ ਸਰਲਤਾ ਤੁਹਾਨੂੰ ਕਿਤੇ ਮਿਲਣੀ ਨਹੀਂ, ਇਹਨਾਂ ਸਿੱਧਾਪਣ ਮਿਲਣਾ ਨਹੀਂ। ਬੜਾ ਥੱਲੇ ਉਤਰ ਕੇ ਕੰਮ ਕੀਤਾ ਜਾ ਰਿਹਾ ਹੈ, ਸੰਭਾਵਨਾ ਤੋਂ ਵੀ ਜ਼ਿਆਦਾ, ਔਰ ਬੜੇ ਔਖੇ ਹੋ ਕੇ ਥੱਲੇ ਆ ਕੇ ਕੰਮ ਕਰਨਾ ਇਹ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ ਹੈ। ਪਰ ਫਿਰ ਵੀ ਆਪਾਂ ਕਹਿੰਦੇ ਉੱਤੋਂ ਲੰਘ ਜਾਂਦੀ। ਉਹ ਜਿਹੜਾ ਸਿੱਖ ਹੈ ਜਿਹਨੇ ਮਾਇਆ ਦੇਣੀ ਸੀ, ਗੁਰੂ ਦੀ ਸਹੁੰ ਚੁੱਕ ਕੇ ਮਾਇਆ ਲਈ ਸੀ, ਤੇ ਜਿਹਨੇ ਲੈਣੀ ਸੀ ਵਾਪਸ ਉਹਨੇ ਕਿਹਾ ਵੀ ਤੈਨੂੰ ਲੇਖਾ ਦੇਣਾ ਪਏਗਾ, ਤੂੰ ਗੁਰੂ ਦਾ ਨਾਂ ਲਿਆ ਸੀ। ਤੇ ਉਹਨੇ ਆਪਣੇ ਵਾਲੀ ਤੁਕ ਯਾਦ ਕੀਤੀ ਹੋਈ ਸੀ, ਉਹਨੇ ਕਿਹਾ ਸਾਨੂੰ ਸਿੱਖਾਂ ਨੂੰ ਥੋੜੀ ਲੇਖਾ ਦੇਣਾ ਪੈਂਦਾ। ਕਿਉਂ? ਕਹਿੰਦੇ ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ, ਸਾਨੂੰ ਕੋਈ ਲੇਖਾ ਨਹੀਂ ਦੇਣਾ ਪੈਂਦਾ। ਕਿਉਂ? ਕਿਉਂਕਿ ਆਪ ਹੀ ਐਲਾਨ ਕਰ ਦਿੱਤਾ ਵੀ ਅਸੀਂ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਤੇ ਜਾ ਕੇ ਪੁੱਛਿਆ ਨਹੀਂ ਨਾ। ਜੇ ਅਸੀਂ ਗੁਰੂ ਨੂੰ ਪੁੱਛ ਕੇ ਕੁਝ ਐਲਾਨ ਕਰੀਏ, ਸਿੱਖ ਹੋਣਾ ਤੇ ਦੂਰ ਦੀ ਗੱਲ ਹੈ, ਸ਼ਾਇਦ ਅਸੀਂ ਆਪਣੇ ਆਪ ਨੂੰ ਇਨਸਾਨ ਜਾਂ ਆਦਮੀ ਵੀ ਨਾ ਕਹਿ ਸਕੀਏ। ਇਹ ਵੀ ਵਿਆਖਿਆ ਗਲਤ ਹੋ ਜਾਏਗੀ। ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਤੇ ਉਹਨਾਂ ਕਹਿਣਾ ਵੀ 2 ਪਾਇਆ ਜਾਨਵਰ ਹੈ, ਮਨੁੱਖ ਨਹੀਂ ਤੂੰ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖ ਵਾਲੇ ਜਿੰਨਾ ਚਿਰ ਕਰਮ ਨਹੀਂ, ਸਰੀਰ ਦੇ ਕੀ ਅਰਥ ਹੋ ਸਕਦੇ ਨੇ। ਤਾਂ ਉਸ ਸਿੱਖ ਨੇ ਕਿਹਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ। ਗੁਰੂ ਕਲਗੀਧਰ ਪਾਤਸ਼ਾਹ ਥੋੜੇ ਜਿਹਾ ਲੇਟ ਗਏ ਸਨ ਮੰਜੇ ਤੇ ਇਹ ਗੱਲ ਉਹਨਾਂ ਨੇ ਸੁਣ ਲਈ ਕਿ ਮੇਰਾ ਨਾਂ ਲੈ ਕੇ ਝੂਠ ਬੋਲੀ ਜਾਂਦਾ ਹੈ, ਬੇਈਮਾਨ ਹੋ ਗਿਆ। ਉਸੇ ਵੇਲੇ ਮੰਜੇ ਤੇ ਉੱਠ ਕੇ ਬੈਠ ਗਏ, ਉੱਚੀ ਸਾਰੀ ਆਵਾਜ਼ ਦਿੱਤੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਨਾਲੇ ਆਵਾਜ਼ ਦਿੱਤੀ ਆ ਬੰਦਾ ਝੂਠ ਬੋਲ ਰਿਹਾ ਹੈ, ਗੁਰੂ ਕੀ ਬਾਣੀ ਵਰਤ ਕੇ, ਮੈਂ ਇਹਦਾ ਕੋਈ ਸਾਥ ਨਹੀਂ ਦੇਣਾ, ਮੈਂ ਇਹਦਾ ਕੋਈ ਸਹਿਯੋਗ ਨਹੀਂ ਕਰਾਂਗਾ, ਗਲਤ ਚੱਲ ਰਿਹਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸਾਂ, ਨਰਕ ਸੁਰਗ ਦੀਆਂ ਗੱਲਾਂ ਚੱਲਦੀਆਂ ਨੇ। ਫਿਰ ਮਨੁੱਖ ਨਰਕ ਸੁਰਗ ਦੀ ਗੱਲ ਕਰਦਾ ਹੈ, ਦਾਨ ਕਰਦਾ ਹੈ, ਫਿਰ ਹੋਰ ਮੰਗਦਾ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਦੇ ਲੈਣਾ, ਲੈ ਲੈ ਦੇਣਾ, ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ। ਇਸ ਤਰ੍ਹਾਂ ਜਿਹੜੇ ਧਾਰਮਿਕ ਗ੍ਰੰਥ ਨੇ
ਉਹਨਾਂ ਵਿੱਚ ਕੁਝ ਜਾਤੀਆਂ ਨੂੰ ਨੀਵਾਂ, ਕੁਝ ਨੂੰ ਉੱਚਾ, ਕੁਝ ਨੂੰ ਮਾੜਾ, ਕੁਝ ਨੂੰ ਚੰਗਾ ਕਹਿ ਕੇ ਮਨੁੱਖ ਦੀ ਅੰਤਰ ਸਥਿਤੀ ਨੂੰ ਵੰਡ ਦਿੱਤਾ ਗਿਆ। ਜਿਵੇਂ ਕਿ 4 ਵੇਦਾਂ ਦੇ ਵਿੱਚ 4 ਹਿੱਸਿਆਂ ਵਿੱਚ ਮਨੁੱਖਾ ਜਾਤੀ ਨੂੰ ਵੰਡਿਆ ਗਿਆ। ਗੁਰੂ ਅੰਗਦ ਦੇਵ ਜੀ ਨੇ ਵੀ ਜ਼ਿਕਰ ਕੀਤਾ, ਉਹ ਕਹਿੰਦੇ ਜੋਗ ਸ਼ਬਦੰ ਗਿਆਨ ਸ਼ਬਦੰ। ਜੋਗੀਆਂ ਨੂੰ ਕਹਿ ਦਿੱਤਾ ਤੁਹਾਡਾ ਧਰਮ ਜਿਹੜਾ ਗਿਆਨ ਹੈ। ਜੋਗ ਸ਼ਬਦੰ ਗਿਆਨ ਸ਼ਬਦੰ, ਤੁਹਾਡੇ ਕੋਲ ਕੱਲਾ ਗਿਆਨ ਹੈ, ਨਾ ਤੁਸੀਂ ਕੰਮ ਕਰ ਸਕਦੇ ਹੋ, ਨਾ ਤੁਸੀਂ ਹਥਿਆਰ ਚੁੱਕ ਸਕਦੇ ਹੋ, ਔਰ ਨਾ ਤੁਸੀਂ ਕਿਸੇ ਨੂੰ ਪੜ੍ਹਾ ਸਕਦੇ ਹੋ। ਇਸ ਕਰਕੇ ਤੁਹਾਡਾ ਧਰਮ ਹੈ ਗਿਆਨ, ਵੰਡ ਦਿੱਤਾ ਗਿਆ। ਜੋਗ ਸ਼ਬਦੰ ਗਿਆਨ ਸ਼ਬਦੰ। ਤੇ ਅਗਲੇ ਬਚਨ ਕੀਤੇ ਵੇਦ ਸ਼ਬਦੰ ਬ੍ਰਾਹਮਣ ਹੈ। ਬ੍ਰਾਹਮਣਾਂ ਦਾ ਜਿਹੜਾ ਧਰਮ ਸੀ ਵੇਦਾਂ ਨਾਲ ਜੋੜ ਦਿੱਤਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਤੇ ਛਤਰੀਆਂ ਨੂੰ ਕਿਹਾ ਤੁਸੀਂ ਕੱਲੀ ਤਲਵਾਰ ਵਾਹੁਣੀ ਹੈ। ਸ਼ੂਦਰ ਸ਼ਬਦੰ ਪ੍ਰਾਕਿਰਤੈ। ਪ੍ਰਾਕਿਰਤੈ ਦਾ ਮਤਲਬ, ਪ੍ਰਾ ਦਾ ਮਤਲਬ ਹੈ ਦੂਜੇ, ਕਿਰਤੈ ਦਾ ਮਤਲਬ ਕੰਮ। ਸ਼ੂਦਰਾਂ ਨੂੰ ਕਿਹਾ ਵੀ ਤੁਸੀਂ ਦੂਜਿਆਂ ਦਾ ਕੰਮ ਕਰਨਾ ਹੈ, ਵੰਡ ਦਿੱਤਾ ਗਿਆ। ਚਲਾਕ ਆਦਮੀ ਸਾਰੇ ਮਹਿਕਮੇ ਜਦੋਂ ਬਣਾਉਂਦਾ ਹੈ ਨਾ, ਉਹ ਚੰਗੇ ਚੰਗੇ ਆਪ ਰੱਖ ਲੈਂਦਾ, ਤੇ ਜਿੱਥੇ ਮਰਨ ਮਰਵਾਉਣ ਦੀ ਗੱਲ ਕਹਿੰਦੀ ਉਹ ਦੂਜਿਆਂ ਨੂੰ ਕਹਿ ਦਿੰਦਾ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ। ਇੱਕ ਟੋਲੇ ਨੂੰ ਉਹਨਾਂ ਕਹਿ ਦਿੱਤਾ, ਪੜ੍ਹੇ ਹੋਏ ਲੋਕ ਸਨ, ਬਈ ਤੁਸੀਂ ਸੂਰਮੇ ਬੜੇ ਹੋ। ਛਤਰੀ ਇੱਕ ਵਿੱਚ ਹਿੱਸਾ ਬਣਾਇਆ ਗਿਆ ਮਨੁੱਖਤਾ ਦਾ। ਉਹਨਾਂ ਨੂੰ ਕਿਹਾ ਜੀ, ਕਿਸੇ ਨੂੰ ਕਿਹਾ ਤੁਹਾਡੇ ਵਰਗੀ ਤਲਵਾਰ ਕੋਈ ਨਹੀਂ ਚਲਾਉਂਦਾ, ਕਿਸੇ ਨੂੰ ਕਿਹਾ ਤੁਹਾਡੇ ਵਰਗੀ ਬੰਦੂਕ ਕੋਈ ਨਹੀਂ ਚਲਾਉਂਦਾ। ਸਾਨੂੰ ਵੀ ਕਿਹਾ ਕਈ ਲੋਕਾਂ ਨੇ। ਸਾਡੀ ਕੌਮ ਨੂੰ ਅਜੇ ਤੱਕ ਲੋਕਾਂ ਨੇ ਵਰਤਿਆ ਔਰ ਵਰਤ ਰਹੇ ਨੇ। ਕਿਸ ਮਸਲੇ ਤੇ? ਇਹਨਾਂ ਵਰਗੀ ਤਲਵਾਰ ਨਹੀਂ ਕੋਈ ਚਲਾਉਂਦਾ, ਇਹਨਾਂ ਵਰਗੀ ਬੰਦੂਕ ਨਹੀਂ ਚਲਾਉਂਦਾ, ਔਰ ਅਸੀਂ ਉਹਨੂੰ ਸੁਣ ਕੇ ਬਿਲਕੁਲ ਤਿਆਰ ਹਾਂ। ਬੜੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਉਕਸਾ ਕੇ ਮਰਵਾਇਆ ਤੇ ਸਾਡੀਆਂ ਲਾਸ਼ਾਂ ਤੇ ਕੁਰਸੀ ਢਾ ਕੇ ਬੈਠੇ ਹੋਏ ਨੇ, ਅਜੇ ਵੀ ਨੇ। ਉਹ ਕਹਿ ਦਿੱਤਾ ਵੀ ਬੜੇ ਬਹਾਦਰ, ਬੜੇ ਸੂਰਮੇ ਹੋ, ਪਰ ਸਾਨੂੰ ਇਹ ਭੁੱਲ ਹੀ ਗਿਆ ਵੀ ਜਿਹੜਾ ਖਾਲਸਾ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹਦੇ ਵਿੱਚ 4 ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਸਨ। ਉਹਨੂੰ ਵਿਦਿਆ ਵੀ ਦਿੱਤੀ ਸੀ, ਉਹਨੂੰ ਇਹ ਵੀ ਕਿਹਾ ਸੀ ਹੱਥਾਂ ਨਾਲ ਕੰਮ ਵੀ ਤੂੰ ਕਰਨਾ ਹੈ, ਉਹਨੂੰ ਧਿਆਨ ਵੀ ਸਿਖਾਇਆ ਸੀ, ਔਰ ਉਹਦੇ ਕੋਲ ਸ਼ਸਤਰ ਵੀ ਹੈ ਸੀ। 4 ਕੰਮ ਇੱਕੋ ਬੰਦੇ ਨੂੰ ਸੌਂਪੇ ਸਨ, ਅਸੀਂ ਸਾਰਿਆਂ ਨੂੰ ਵੰਡ ਕੇ ਰੱਖ ਦਿੱਤੇ। ਤਾਂ ਇਹ ਚੀਜ਼ਾਂ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਣਸੀ ਭਰਮ ਭਵੈ ਸੰਸਾਰ। ਦੁਨੀਆ ਦੇ ਲੋਕ ਭਰਮਾਂ ਵਿੱਚ ਫਸ ਕੇ, ਧਰਮ ਦੇ ਕਰਮ ਕਾਂਡਾਂ ਵਿੱਚ ਫਸ ਕੇ, ਨਾਮ ਤੋਂ ਟੁੱਟ ਕੇ ਦੂਰ ਚਲੇ ਗਏ। ਉਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਿਰਮਲ ਪੰਥ ਉਹਨਾਂ ਨੇ ਚਲਾਇਆ, ਹੁਣ ਉਥੋਂ ਅੱਗੇ ਗੱਲ ਸਤਿਗੁਰੂ ਗੁਰੂ ਅੰਗਦ ਦੇਵ ਜੀ ਕਰਦੇ ਨੇ। ਅਗਲੇ ਬਚਨ ਨੇ ਕਿ ਅੰਮ੍ਰਿਤ ਬਾਣੀ ਤਤ ਵਖਾਣੀ। ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸੰਸਾਰ ਦੇ ਹਾਲਾਤ ਵੇਖੇ ਕਿ ਲੋਕ ਭਟਕ ਜਾਂਦੇ ਨੇ, ਗਲਤ ਰਾਹਾਂ ਤੇ ਤੁਰੇ ਜਾ ਰਹੇ ਨੇ। ਕੋਈ ਮੜੀਆਂ ਮਸਾਣਾਂ ਦੀ ਪੂਜਾ ਕਰਦਾ ਹੈ, ਕੋਈ ਰੁੱਖਾਂ ਦੀ ਪੂਜਾ ਕਰ ਰਿਹਾ ਹੈ, ਕੋਈ ਹੋਰ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ, ਕੋਈ ਕਿਸੇ ਦਿਨ ਨੂੰ ਵੱਡਾ ਸਮਝਦਾ ਹੈ, ਕੋਈ ਕਿਸੇ ਨੂੰ ਸਮਝਦਾ ਹੈ। ਨਾਮ ਤੋਂ ਖਾਲੀ ਹਨ। ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕਰ ਦਿੱਤੀ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਦਰ ਤੋਂ ਬਾਣੀ ਦੀ ਮੰਗ ਕੀਤੀ। ਇਹ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ, ਉਹਨਾਂ ਦੇ ਜੀਵਨ ਦੀ ਸਾਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਕਿੱਥੋਂ ਹੋਈ ਹੈ। ਭਾਵੇਂ ਕਿ ਭਗਤ ਬਾਣੀ ਹੈ, ਪਰ ਜਦੋਂ ਗੁਰੂ ਬਾਣੀ ਦੀ ਗੱਲ ਕਰੀਏ ਨਾ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਕਿੱਥੋਂ ਹੋਈ, ਸ਼ੁਰੂਆਤ ਕਿੱਥੋਂ ਹੁੰਦੀ ਹੈ, ਤਾਂ ਉਹ ਅਸਥਾਨ ਹੋਵੇਗਾ ਸੁਲਤਾਨਪੁਰ ਵੇਈ ਨਦੀ, ਜਿੱਥੇ ਗੁਰੂ ਸਾਹਿਬ 3 ਦਿਨ ਲਈ ਚਲੇ ਗਏ ਸਨ। ਉੱਥੇ ਗਏ, ਉੱਥੇ ਇਸ਼ਨਾਨ ਲਈ ਉਤਰੇ। 3 ਦਿਨ ਕਿਹੜੀ ਅਵਸਥਾ ਵਿੱਚ ਰਹੇ ਤੇ ਗੁਰੂ ਦਾ ਕੰਮ ਗੁਰੂ ਜਾਣਦਾ ਹੈ, ਪਰ ਉਹ ਵਾਪਸ ਦਿਸੇ ਨਹੀਂ।
ਤਾਂ ਉੱਥੇ ਜਨਮ ਸਾਖੀ ਵਿੱਚ ਲਿਖਿਆ ਬਾਣੀ ਦੀ ਆਰੰਭਤਾ ਕਿੱਥੋਂ ਹੋਈ। ਆਪਾਂ 3 ਦਿਨ ਇਹਨਾਂ ਤੇ ਵਿਚਾਰ ਕੀਤੀਏ ਕਿ ਬਾਣੀ ਦੀ ਮਹੱਤਤਾ ਦੀ ਸਮਝ ਆਵੇ ਤੇ ਕਰਮ ਕਾਂਡਾਂ ਤੋਂ ਸਿੱਖ। ਹਾਂ, ਕਰਮ ਕਾਂਡ ਦੇ ਅਰਥ ਬਾਣੀ ਪੜ੍ਹਨੀ ਨਾ ਕੱਢ ਲੈਣਾ, ਮੈਂ ਵਿੱਚ ਕਹਿ ਦਿਆਂ ਬਾਣੀ ਪੜ੍ਹਨੀ ਕਰਮ ਕਾਂਡ ਨਹੀਂ, ਨਾਮ ਜਪਣਾ ਕਰਮ ਕਾਂਡ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਕਰਮ ਕਾਂਡ ਨਹੀਂ, ਚੌਰ ਕਰਨਾ, ਚੰਗੇ ਵਸਤਰ ਭੇਟਾ ਕਰਨੇ, ਸਫਾਈ ਰੱਖਣੀ, ਇਹ ਨਹੀਂ ਕਰਮ ਕਾਂਡ ਮੈਂ ਕਹਿ ਰਿਹਾ, ਬਿਲਕੁਲ ਨਹੀਂ ਹੈ। ਇਹ ਗੁਰੂ ਦਾ ਪਿਆਰ ਹੈ। ਕਿਉਂਕਿ ਅੱਜ ਕੱਲ੍ਹ ਅਸੀਂ ਕਰਮ ਕਾਂਡ ਦੇ ਨਾਂ ਤੇ ਬੜੀਆਂ ਗੱਲਾਂ ਕਹਿ ਰਹੇ ਹਾਂ। ਇਹ ਵੀ ਕਰਮ ਕਾਂਡ ਹੈ, ਇਹ ਵੀ ਕਰਮ ਕਾਂਡ ਹੈ। ਜਿਸ ਕੰਮ ਦੇ ਵਿੱਚ ਪਿਆਰ ਹੈ ਨਾ, ਪ੍ਰੇਮ ਹੈ, ਤੇ ਬੰਦਾ ਆਪਣੀ ਹਉਮੈ ਨੂੰ ਤੋੜ ਕੇ ਕਰਦਾ ਹੈ, ਉਹ ਕਰਮ ਕਾਂਡ ਨਹੀਂ ਹੋ ਸਕਦਾ। ਉਹ ਤੇ ਪਿਆਰ ਨਾਲ ਭਰਿਆ ਹੋਇਆ। ਹਾਂ, ਜਿਸ ਕੰਮ ਦੇ ਵਿੱਚ ਬੰਦੇ ਦਾ ਮਨ ਸ਼ਾਮਲ ਨਹੀਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਉਹ ਬੰਦਾ ਉਸ ਕੰਮ ਵਿੱਚ ਨਾ ਤੇ ਆਪਣਾ ਆਪ ਕੋਈ ਸਵਾਰਦਾ ਹੈ ਨਾ ਦੂਜੇ ਦਾ। ਜੇ ਪ੍ਰੇਮਤਾ ਨਹੀਂ ਤੇ ਹਰ ਇੱਕ ਕਰਮ ਹੀ ਕਰਮ ਕਾਂਡ ਬਣ ਗਿਆ। ਭਾਵੇਂ ਤੁਸੀਂ ਕੁਝ ਵੀ ਕਰ ਰਹੇ ਹੋ, ਉਹ ਹੀ ਕਰਮ ਕਾਂਡ ਬਣ ਜਾਏਗਾ ਜੇ ਪ੍ਰੇਮ ਤੋਂ ਖਾਲੀ ਹੈ। ਤਾਂ ਬਾਣੀ ਦੀ ਆਰੰਭਤਾ ਕਿੱਥੋਂ ਹੋਈ? ਗੁਰੂ ਸਾਹਿਬ ਨੂੰ ਸੰਸਾਰ ਤੇ ਤਰਸ ਆਇਆ ਤਾਂ ਉਹਨਾਂ ਨੇ ਅਕਾਲ ਪੁਰਖ ਦੇ ਦਰ ਤੇ ਪੁਕਾਰ ਕੀਤੀ ਕਿ ਦੁਨੀਆ ਗਲਤ ਭਟਕ ਗਈ ਹੈ, ਗਲਤ ਰਾਹਾਂ ਤੇ ਚਲੀ ਗਈ। ਜਦੋਂ ਅਕਾਲ ਪੁਰਖ ਦੇ ਦਰ ਤੇ ਗਏ, ਉੱਥੇ ਗੱਲਬਾਤ ਹੋਈ, ਜਨਮ ਸਾਖੀ ਨੇ ਲਿਖਿਆ। ਤਾਂ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ੀ, ਸ਼ਬਦ ਬਖਸ਼ਿਸ਼ ਕੀਤਾ ਔਰ ਕਿਹਾ ਨਾਨਕ ਇਹ ਅੰਮ੍ਰਿਤ ਕਾ ਪਿਆਲਾ ਹੈ। ਅੰਮ੍ਰਿਤ ਕੇ ਪਿਆਲੇ ਦਾ ਮਤਲਬ ਨਾਮ। ਇਹ ਨਾਮ ਅੰਮ੍ਰਿਤ ਕਾ ਪਿਆਲਾ ਹੈ, ਆਪ ਪੀਓ ਔਰ ਸੰਸਾਰ ਤਾਈਂ ਪਿਲਾਓ। ਸਤਿਗੁਰਾਂ ਨੇ ਕਿਹਾ ਪਹਿਲਾਂ ਵੀ ਬੜੇ ਪਿਲਾਉਣ ਵਾਲੇ ਗਏ, ਤਾਂ ਉਧਰੋਂ ਆਵਾਜ਼ ਆਈ ਗਏ ਬਹੁਤ, ਪਰ ਜਿਹੜਾ ਸੰਦੇਸ਼ ਮੈਂ ਭੇਜਿਆ ਸੀ ਉਹ ਉਹਨਾਂ ਨੇ ਲੁਕਾ ਲਿਆ, ਆਪਣਾ ਗਿਆਨ ਅੱਗੇ ਕਰ ਦਿੱਤਾ। ਬੰਦਾ ਇਸ ਤਰ੍ਹਾਂ ਕਰਦਾ ਹੀ ਹੈ ਤਕਰੀਬਨ। ਜਿਹੜਾ ਗਿਆਨ ਰੱਬ ਵੱਲੋਂ, ਗੁਰੂ ਵੱਲੋਂ ਮਿਲਦਾ, ਉਹਨੂੰ ਅਸੀਂ ਮਨ ਦੀ ਰਜਾਈ ਦੇ ਥੱਲੇ ਦੱਬ ਦਿੰਦੇ ਹਾਂ। ਉਹ ਨਹੀਂ ਹੁੰਦਾ ਸਾਡੇ ਕੋਲ, ਆਪਣਾ ਗਿਆਨ ਅੱਗੇ ਕਰ ਦਿੰਦੇ ਹਾਂ। ਮਨ ਦਾ ਗਿਆਨ, ਮਤ ਦਾ ਗਿਆਨ ਆਪਣਾ ਫਿਕਸ ਕੀਤਾ ਹੋਇਆ, ਜਿੰਨਾ ਚਿਰ ਨਹੀਂ ਟੁੱਟਦਾ ਗੁਰਬਾਣੀ ਦੀ ਸਮਝ ਨਹੀਂ ਆਏਗੀ। ਭਾਵੇਂ 50 ਸਾਲ ਸੁਣਦੇ ਰਹੋ, ਪੜ੍ਹਦੇ ਰਹੋ, ਜੋ ਮਰਜ਼ੀ ਕਰੋ। ਇਹ ਕਸਵੱਟੀ ਹੈ। ਔਰ ਇਸ ਸ਼ਬਦ ਵਿੱਚ ਅੱਗੇ ਬਚਨ ਆਉਣਗੇ ਕਿ ਗੁਰਬਾਣੀ ਜਿਹੜੀ ਇਹ ਗੁਰੂ ਦੇ ਮੂੰਹ ਤੋਂ ਨਿਕਲੀ ਹੈ, ਗੁਰਮੁਖ ਆਖੀ ਗੁਰਮੁਖ ਜਾਤੀ, ਤੇ ਸਮਝੇਗਾ ਵੀ ਉਹ ਜਿਹੜਾ ਗੁਰਮੁਖ ਅਵਸਥਾ ਵਿੱਚ ਚਲਾ ਜਾਏਗਾ। ਨਹੀਂ ਤੇ ਅਰਥ ਆਉਂਦੇ ਜਾਣਗੇ। ਹੋ ਸਕਦਾ ਅਸੀਂ ਟੀਕਾ ਵੀ ਲਿਖ ਦਈਏ, ਹੋ ਸਕਦਾ ਅਸੀਂ ਬੜੇ ਵੱਡੇ ਵਿਆਖਿਆਕਾਰ ਵੀ ਹੋ ਜਾਈਏ, ਹੋ ਸਕਦਾ ਅਸੀਂ ਆਲਾ ਦਰਜੇ ਦੇ ਸਰੋਤੇ ਵੀ ਹੋਈਏ, ਪਰ ਗੁਰਬਾਣੀ ਦਾ ਤੱਤ ਉਹਨਾਂ ਚਿਰ ਹੱਥ ਵਿੱਚ ਨਹੀਂ ਆਏਗਾ ਜਿੰਨਾ ਚਿਰ ਮਨੁੱਖ ਗੁਰੂ ਵਾਲੀ ਥਾਂ ਤੇ ਨਹੀਂ ਜਾਂਦਾ, ਗੁਰੂ ਵਾਲੀ ਥਾਂ ਤੇ ਨਹੀਂ ਪਹੁੰਚਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਗਏ ਤਾਂ ਅਕਾਲ ਪੁਰਖ ਸਤਿਗੁਰੂ ਨੂੰ ਕਹਿਣ ਲੱਗੇ ਵੀ ਪਹਿਲਾਂ ਜਿਹੜੇ ਗਏ ਉਹਨਾਂ ਨੇ ਆਪੋ ਆਪਣੀ ਮਰਿਆਦਾ ਚਲਾ ਲਈ, ਆਪੋ ਨੂੰ ਆਪਣਾ ਢੰਗ ਚਲਾ ਲਿਆ। ਕਿਸੇ ਨੇ ਜੀ ਸਮਾਧੀ ਲਾਈ, ਸੂਰਜ ਨੂੰ ਠੰਡਾ ਕਰਨਾ ਤੇ ਬਰਫ਼ ਨੂੰ ਗਰਮ ਕਰਨਾ ਹੈ, ਯਾਨੀ ਕਿ ਕੁਦਰਤ ਨੂੰ ਬਦਲਣ ਨੂੰ ਭਗਤੀ ਕਹਿ ਦਿੱਤਾ। ਹਜ਼ੂਰ ਨੇ ਕਿਹਾ ਬਦਲਣਾ ਕੁਝ ਨਹੀਂ, ਬੰਦੇ ਦੀ ਆਦਤ ਹੈ ਉਹ ਸਾਰੀਆਂ ਚੀਜ਼ਾਂ ਨੂੰ ਬਦਲਣਾ ਚਾਹੁੰਦਾ ਹੈ, ਆਪਣੇ ਆਪ ਨੂੰ ਛੱਡ ਕੇ। ਬਸ ਇਹ ਮਨੁੱਖ ਦੀ ਆਦਤ ਹੈ ਸ਼ੁਰੂ ਤੋਂ ਲੈ ਕੇ। ਇਸ ਲਈ ਗੁਰੂ ਸਾਹਿਬ ਨੇ ਜਿਹੜੀ ਬੰਦਗੀ ਦਿੱਤੀ ਹੈ ਉਹ ਕੀ ਕਹਿੰਦੇ? ਉਹ ਕਹਿੰਦੇ ਨਾ ਤੂੰ ਸੂਰਜ ਨੂੰ ਬਦਲ, ਨਹੀਂ ਤੇ ਆਪਾਂ ਕਈ ਵਾਰੀ ਕਹਿੰਦੇ ਆ ਨਾ ਫਲਾਣਾ ਇੱਕ ਰਿਸ਼ੀ ਸੀ, ਉਹ ਮੰਤਰ ਪੜ੍ਹਦਾ ਸੀ, ਕਹਿੰਦੇ ਸੂਰਜ ਦੀ ਅੱਗ ਘਟ ਜਾਂਦੀ ਸੀ।
इस तरह हो सकता है। वो कहते सूरज की अक मट्ठी पा दिंदा सी। एक सी वो चंद्रमा नूं कहते वो शीतल हुंदा है, उन्होंने गर्म कर दिता। उदाहरण दे रहे हैं। तो किसी ने कहा भी पानी का जिहड़ा वहाव है उन्होंने बदल देना, ये धर्म की गल है। किसी ने कहा मीह पवा देना धर्म की गल है, किसी ने कहा मीह हटा देना धर्म की गल है। ये सारियां गल्लां चीज़ां नूं बदलदियां न। गर्म चीज़ नूं ठंडा करना, ठंडे नूं गर्म करना। जे मीह नहीं पैंदा, जे गर्मी लगी तो मीह पवा देना, जे मीह पैंदा तो हटा देना, पानी उल्टा चला देना। ये सारे काम ने। गुरु साहब ने क्या नहीं, बस साडी भगती विच ते तुहाडी विच यही फर्क होएगा। साडी भगती विच ते तुहाडी विच यही फर्क होएगा। तुसी सूरज नूं बदलदे हो, चंद्रमा नूं बदलदे हो, पानी दे बहाव नूं बदलदे हो, मौसम नूं बदलदे हो, पर अपने आप नूं नहीं बदलदे। मेरा जिहड़ा विशा है कि तुसी कुदरत नूं ना बदलो, अपने आप नूं बदल के कुदरत दे नाल तुरन दी जाच सीख लो। अपने आप नूं बदल लो। है बड़ी औखी गल। सतगुरु ने कहा सी, पर है सुख दा दरवाजा। औखा बहुत है, पर जिहड़ी चीज़ जिन्नी औखी हुंदी है उन्नी सुखदाई हुंदी। गुर पीरां की चाकरी महा करड़ी, बड़ी औखी है। जिवें गन्ने नूं छिलना बहुत औखा है। कबीर जी ने कहा रस को गांडो चूसिया, गन्ने नूं दंदां नाल छिलना पवे तां मूँह विचों दंदां विचों खून आ जाता है जो सख्त होवे। तां कुदरत दे नाल चलना है तां बड़ा औखा, पर जदों कोई चल पै पहला करड़ा है तो बाद विच उहदे वर्गा स्वादला भी कोई नहीं है। चलना बहुत औखा है। हुक्म रजाई चलना तां बनेगा जे बंदा नाम नाल जुड़ गया। ते जिन्ना चिर बंदा आग्या दे विच रहना नहीं सिख लैंदा। सच्चे पातशाह जी ने एक गल कही सी, कहंदे आम तौर ते बंदे दी सब तो वड्डी ख्वाहिश है, हर एक जीव दी, बंदे दी नहीं केवल। तुसी एक कीड़े नूं भी थोड़ा जिहा उहदे उत्ते पैर टिकन लगे तो वेखो किवें भजदा है। कादे वास्ते? कि मैं लंबा जीवां बहुत, ये ख्वाहिश है अंदर। पर सतगुरु ने एक बचन किया, तुसी जपजी साहब विच पढ़ोगे, तत् कढ दिता। चंगी गल है मनुख चिर जीवी होवे, पर जिहड़ी गल सी ना वो कही, कहंदे एक बंदे दी मैं उम्र वेखी है 4 युग, एक बंदे दी वेखी है 40 युग, ते किसे बंदे नूं मैं वेख्या वो 9 खंडां विच उहनूं लोक जाणदे सन। कई बंदे वेखे ने जदों तुरदे ते नाल हज़ारां बंदे तुर पैंदे। कईयां नूं लोक संसार चंगा बहुत कहंदा है, वडियाई बड़ी उन्हां दी संसार विच, पर जिन्हां कोले सारियां चीज़ां सन ना, इन्नी लंबी उमरा, इन्नी वडियाई, इन्ना नाम। गुरु नानक साहब कहंदे जदों मैं रब ते दर ते जाके वेख्या, उत्थे उन्हां दी कोई बात नहीं सी पुछदा, क्योंकि उन्हां दे अंदर नाम नहीं सी, नाम तो खाली सन। साहब दे बचन ने कि जे जुग चारे आरजा होरद सुनी होए, नवां खंडां विच जाणीਐ नाल चलै सब कोए, चंगा नाउं रखाए कै जस कीरत जग ले, जे तिस नदर ना आवई तां बात ना पुछै। सब तो वड्डा नाम है। जिथे नाम आ गया उथे मिट्टी भी जिउंदी हो सकती है, जिथे नाम नहीं उथे जिउंदा मनुख भी मिट्टी दा है। ध्यान दिओ, नाम जिहड़ा है ਉਹਦੇ अर्थ ही ने मिट्टी ਨੂੰ जिंदा करदा है ना, वो कोई वड्डी गल नहीं। आ जदों असी संसार ते नहीं सी आए ते साडा शरीर काहदा सी? कल्ली मिट्टी सी विच,
ਨਾਮ ਨਹੀਂ ਸੀ ਤੇ ਡਿੱਗੇ ਪਏ ਬਿਲਕੁਲ। ਜਦੋਂ ਨਾਮ ਅੰਦਰ ਟਿਕ ਗਿਆ, ਜਿੰਦ ਅੰਦਰ ਟਿਕ ਗਈ, ਤਾਂ ਮਿੱਟੀ ਤੁਰਨ ਫਿਰਨ ਲੱਗ ਪਈ। ਮਿੱਟੀ ਦੇ ਵਿੱਚ ਸਮਰੱਥਾ ਆ ਗਈ, ਜਿੰਦ ਜਾਨ ਆ ਗਈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਦਰ ਤੋਂ ਇੱਕ ਦਾਤ ਮੰਗੀ ਸੀ। ਉਹ ਦਾਤ ਸੀ, ਮੇਰੇ ਤੇ ਕਿਰਪਾ ਕਰੋ, ਇੱਕ ਤੇ ਤੁਹਾਡੀ ਯਾਦ ਨਾ ਭੁੱਲੇ, ਲਗਾਤਾਰ ਸਭ ਤੋਂ ਵੱਡੀ ਚੀਜ਼ ਹੈ। ਫਿਰ ਇਹਦੇ ਵਿੱਚੋਂ ਹੋਰ ਕੁਝ ਵੀ ਹੋ ਸਕਦਾ ਹੈ। ਸਾਰੀਆਂ ਦਾਤਾਂ ਇਸ ਚੀਜ਼ ਦੀਆਂ ਦਾਸ ਨੇ। ਜੇ ਬੰਦੇ ਨੂੰ ਨਾਮ ਨਹੀਂ ਭੁੱਲਦਾ, ਫਿਰ ਬੜੀਆਂ ਬਰਕਤਾਂ ਹੋਰ ਵੀ ਉਹਦੇ ਕੋਲ ਆ ਸਕਦੀਆਂ। ਜੇ ਨਾਮ ਭੁੱਲ ਗਿਆ ਤੇ ਬਹੁਤੀਆਂ ਬਰਕਤਾਂ ਵੀ ਕੁਝ ਨਹੀਂ ਕਰ ਸਕਦੀਆਂ। ਇਸ ਕਰਕੇ ਉਸ ਦਰ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਦਾਤ ਦਿੱਤੀ, ਉਹ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਨਾਨਕ ਇਹ ਨਾਮ ਕਾ ਪਿਆਲਾ ਹੈ। ਜਨਮ ਸਾਖੀ ਵਿੱਚ ਲਿਖਿਆ ਹੋਇਆ, ਆਪ ਪੀਓ ਤੇ ਲੋਕਾਂ ਤਾਈਂ ਪਿਆਓ। ਇਥੋਂ ਸਿੱਖ ਧਰਮ ਦੀ ਸ਼ੁਰੂਆਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦਾ ਕੰਮ ਕੀ ਹੈ? ਗੁਰੂ ਨਾਨਕ ਦੇ ਨਾਮ ਤੇ ਹੋਰ ਕੰਮ ਤਾਂ ਬੜੇ ਅਸੀਂ ਕਰ ਲਵਾਂਗੇ, ਪਰ ਗੁਰੂ ਨਾਨਕ ਨੇ ਜਿੱਥੋਂ ਕੰਮ ਸ਼ੁਰੂ ਕੀਤਾ ਸੀ, ਉਹ ਕੰਮ ਕਿਹੜਾ ਸੀ? ਉਹ ਕੰਮ ਸਿਰਫ ਇੱਕੋ ਸੀ। ਅਕਾਲ ਪੁਰਖ ਨੇ ਕਿਹਾ ਸੀ, ਇਹ ਸ਼ਬਦ ਦਾ ਪਿਆਲਾ ਹੈ, ਨਾਮ ਦਾ ਪਿਆਲਾ ਹੈ, ਇਹਨੂੰ ਆਪ ਪੀਣਾ ਤੇ ਦੂਜਿਆਂ ਨੂੰ ਪਿਆਉਣਾ। ਤੀਜਾ ਤੇ ਕੰਮ ਹੀ ਕੋਈ ਨਹੀਂ ਹੈ, ਤੀਸਰਾ ਕੰਮ ਕੋਈ ਨਹੀਂ। ਹੁਣ ਉਹ ਪਹਿਲਾਂ ਆਪ ਨਹੀਂ ਪੀਤਾ, ਦੂਜੇ ਨੂੰ ਕਿਵੇਂ ਪਿਆਵਾਂਗੇ? ਤਾਂ ਇੱਥੇ ਸਤਿਗੁਰੂ ਨੇ ਜਦੋਂ ਉਸ ਦਰ ਤੋਂ ਆਏ ਤੇ ਬਾਣੀ ਦੀ ਦਾਤ ਲੈ ਕੇ ਆਏ, ਸ਼ਬਦ ਦੀ ਦਾਤ ਲੈ ਕੇ ਵਾਪਸ ਮੁੜੇ। ਵੇਈ ਨਦੀ ਵਿੱਚੋਂ ਬਾਹਰ ਆਏ ਤੇ ਸਭ ਤੋਂ ਪਹਿਲਾ ਸ਼ਬਦ ਸੀ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜਨਮ ਸਾਖੀ ਵਿੱਚ ਇੱਥੋਂ ਤੱਕ ਲਿਖਿਆ ਹੋਇਆ। ਇਹ ਉਦੋਂ ਨਹੀਂ ਸੀ ਪਤਾ ਵੀ ਇਹ ਮੂਲ ਮੰਤਰ ਹੈ ਕਿ ਕੀ ਹੈ, ਪਰ ਜਿੱਥੇ ਜਨਮ ਸਾਖੀ ਵਿੱਚ ਇਤਿਹਾਸ ਆਉਂਦਾ ਹੈ ਕਿ ਗੁਰੂ ਸਾਹਿਬ ਵੇਈ ਨਦੀ ਵਿੱਚੋਂ ਬਾਹਰ ਆਏ, ਉਦੋਂ ਇਹ ਸ਼ਬਦ ਜਿਹੜਾ ਇੱਥੋਂ ਤੱਕ ਸੀ। ਵਾਪਸ ਆਏ, ਫਿਰ ਇੱਥੋਂ ਸਾਰਾ ਵਿਸਤਾਰ ਹੋਇਆ। ਮੈਂ ਗੱਲ ਕਰ ਰਿਹਾ ਸੀ ਬਾਣੀ ਦੀ ਆਰੰਭਤਾ ਜਿਹੜੀ ਹੈ, ਸ਼ੁਰੂਆਤ ਕਿੱਥੋਂ ਹੋਈ ਹੈ? ਵੇਈ ਨਦੀ ਤੋਂ ਆਰੰਭ ਹੋਈ ਹੈ। ਉੱਥੋਂ ਆਏ ਤੇ ਸਭ ਤੋਂ ਪਹਿਲਾ ਸ਼ਬਦ ਉਚਾਰਨ ਕੀਤਾ। ਭਗਤ ਬਾਣੀ ਪਹਿਲਾਂ ਭਾਵੇਂ ਮੌਜੂਦ ਸੀ, ਪਰ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੋਣੀ ਸੀ, ਉਹ ਆਰੰਭਤਾ ਜਿਹੜੀ ਹੈ ਇੱਥੋਂ ਸ਼ੁਰੂ ਹੋਈ। ਤਾਂ ਫਿਰ ਹਜ਼ੂਰ ਨੇ ਇਹਨੂੰ ਨਵਾਂ ਰੂਪ ਦਿੱਤਾ। ਜਦੋਂ ਉੱਥੋਂ ਵਾਪਸ ਮੁੜੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਭਾਈ ਮਰਦਾਨੇ ਨੂੰ ਬੁਲਾਇਆ, ਹੋਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ। ਭਾਈ ਮਰਦਾਨੇ ਨੂੰ ਕਿਹਾ ਰਬਾਬ ਲੈ ਕੇ ਆਓ, ਜਿਹਦੇ ਨਾਲ ਇਹ ਸ਼ਬਦ ਨੂੰ ਵਰਤਾਉਣਾ ਸੀ, ਅੱਗੇ ਵੰਡਣਾ ਸੀ ਰਬਾਬ ਦੇ ਰਾਹੀਂ। ਰਬਾਬ ਇੱਕ ਵਸੀਲਾ ਸੀ ਜਿਹਦੇ ਰਾਹੀਂ ਸ਼ਬਦ ਨੂੰ ਅੱਗੇ ਪ੍ਰਸਾਰਿਤ ਕਰਨਾ ਸੀ, ਲੋਕਾਂ ਤੱਕ ਪਹੁੰਚਾਉਣਾ ਸੀ, ਕੀਰਤਨ ਤੱਕ ਪਹੁੰਚਾਉਣਾ ਸੀ। ਔਰ ਭਾਈ ਮਰਦਾਨਾ ਜੀ ਜਦੋਂ ਆਏ, ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਮਰਦਾਨਿਆ ਰਬਾਬ ਭਲੀ ਵਜਾਏਂਦਾ ਹੈ, ਤੂੰ ਰਬਾਬ ਬੜੀ ਸੋਹਣੀ ਵਜਾਉਣਾ ਹੈ। ਮਰਾਸੀਆਂ ਦਾ ਲੜਕਾ ਸੀ, ਗੁਰੂ ਸਾਹਿਬ ਤੋਂ ਉਮਰ ਵੀ ਵੱਡੀ ਸੀ। ਜੇ ਤੂੰ ਮੇਰੇ ਨਾਲ ਤੁਰੇ ਤਾਂ ਅਸੀਂ ਬਹੁਤ ਵੱਡਾ ਕੰਮ ਕਰ ਸਕਨੇ। ਕੀ ਕਰਨਾ ਹੈ? ਕਹਿੰਦੇ ਮੇਰੇ ਕੋਲ ਸੰਦੇਸ਼ ਆਇਆ ਅਕਾਲ ਪੁਰਖ ਦਾ, ਸੁਨੇਹਾ ਆਇਆ, ਬਹੁਤ ਵੱਡਾ ਕੰਮ ਹੈ, ਦੁਨੀਆ ਨੂੰ ਦੇਣਾ ਹੈ, ਬਸ ਇਹ ਸਾਡਾ ਕੰਮ ਹੈ। ਇਸ ਲਈ ਗੁਰੂ ਦੀ ਸੇਵਾ ਬਹੁਤ ਸਾਰੀਆਂ ਸੇਵਾਵਾਂ ਨੇ, ਸਾਰੀਆਂ ਸੇਵਾਵਾਂ ਵਿੱਚੋਂ ਸ੍ਰੇਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪਹਿਲਾਂ ਆਪ ਕਮਾਉਣਾ। ਇਹ ਧਿਆਨ ਜ਼ਰੂਰ ਰੱਖ ਲੈਣਾ, ਨਹੀਂ ਤੇ ਦੱਸਣ ਤੁਰ ਪਏ ਨਾ ਗਲਤ ਦੱਸ ਦਿਆਂਗੇ। ਜੇ ਆਪ ਨਹੀਂ ਨਾ ਕਮਾਇਆ, ਇਹ ਬੜੀ ਵੱਡੀ ਗਲਤੀ ਹੈ, ਕਦੇ ਨਹੀਂ ਕਰਨੀ ਚਾਹੀਦੀ।
ਗੁਰੂ ਕੋਲੋਂ ਪਹਿਲਾਂ ਆਪ ਪੁੱਛ ਲੈਣਾ ਵੀ ਕੀ ਹੈ ਤੁਹਾਡਾ, ਕੀ ਕਹਿਣਾ ਹੈ, ਤਾਂ ਫਿਰ ਉਹ ਅੱਗੇ ਕਹਿਣਾ, ਫਿਰ ਅੱਗੇ ਜੀਵਨ ਵੱਧ ਜਾਏਗਾ। ਤਾਂ ਇਹ ਬਾਣੀ ਇੱਥੋਂ ਆਰੰਭ ਹੋਈ, ਇੱਥੋਂ ਇਹਦੀ ਸ਼ੁਰੂਆਤ ਹੋਈ। ਉਹ ਅੱਗੇ ਕਿਵੇਂ ਕਿਵੇਂ ਪ੍ਰਸਾਰਿਤ ਹੋਈ, ਕੱਲ ਦਾ ਵਿਸ਼ਾ ਫਿਰ ਬਾਣੀ ਨਾਲ ਸੰਬੰਧਿਤ ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਇਹ ਬਾਣੀ ਦਾ ਮਹੱਤਵ ਕੀ ਹੈ, ਬਾਣੀ ਵਿੱਚ ਵਿਸ਼ੇਸ਼ਤਾ ਕੀ ਹੈ, ਔਰ ਇਹ ਜੀਵਨ ਨੂੰ ਰਾਹ ਕਿਵੇਂ ਦਿੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਕਲਗੀਧਰ ਪਾਤਸ਼ਾਹ ਨੇ ਦਿੱਤੀ, ਉਹਦਾ ਕੀ ਕਨਸੈਪਟ ਹੈ, ਇਤਿਹਾਸਕ ਵਿਸ਼ੇ ਆਉਣ ਵਾਲੇ 2 ਦਿਨਾਂ ਵਿੱਚ ਇਹ ਵਿਚਾਰੇ ਜਾਣਗੇ। ਗੁਰੂ ਸਾਹਿਬ ਕਿਰਪਾ ਕਰਨ। ਆਓ ਹੁਣ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।